ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਜੰਗ ਇਸ ਵੇਲੇ ਬਿਲਕੁਲ ਸਿਖਰ ਤੇ ਹੈ। ਮੁੱਖ ਮੰਤਰੀਆਂ ਦੇ ਦਾਅਵੇਦਾਰਾਂ ਦੇ ਨਾਮ ਅਨਾਉਂਸ ਕੀਤੇ ਜਾ ਰਹੇ ਹੈ। ਇਹਦੇ ਤੋਂ ਇਲਾਵਾ ਮੈਨੀਫੈਸਟੋ ਤਿਆਰ ਕੀਤੇ ਜਾ ਰਹੇ ਹੈ। ਕੁਝ ਗੱਲਾਂ ਸਾਹਮਣੇ ਆ ਚੁੱਕੀਆਂ। ਉਮੀਦਵਾਰ ਕਈਆਂ ਦੀ ਪਿੱਠ ਥਾਪੜੀ ਜਾ ਰਹੀ ਹੈ, ਕਈਆਂ ਦੇ ਉੱਤੇ ਉਂਗਲਾਂ ਉੱਠ ਰਹੀਆਂ ਨੇ। ਤੇ ਇਸ ਪੰਜਾਬ ਵਿਧਾਨ ਸਭਾ ਚੋਣ ਦੇ ਨਤੀਜੇ ਨੇ ਇਕੱਲਾ ਇਹ ਨਹੀਂ ਦੱਸਣਾ ਕਿ ਪੰਜਾਬ ਦੇ ਵਿੱਚ ਸਰਕਾਰ ਕਿਹਦੀ ਬਣੂਗੀ ਜਾਂ ਇੱਕ ਵਿਧਾਨ ਸਭਾ ਹਲਕੇ ਦਾ MLA ਕੌਣ ਹੋਏਗਾ। ਇਹਨਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ ਇਹ ਤੈਅ ਕਰਨਾ ਹੈ ਕਿ ਆਉਣ ਵਾਲੇ 5 ਸਾਲ ਪੰਜਾਬ ਦੇ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਭਾਰੀ ਹੋਣੀ ਹੈ, ਪੰਜਾਬ ਦਾ ਪਾਣੀ ਹੋਰ ਖਰਾਬ ਹੋਣਾ ਹੈ, ਪੰਜਾਬ ਦੀ ਹਵਾ ਹੋਰ ਦੂਸ਼ਿਤ ਹੋਣੀ ਹੈ, ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੋਰ ਵਧਣੀ ਹੈ, ਜਾਂ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਕੋਈ ਨੀਤੀ, ਕੋਈ ਪ੍ਰੋਗਰਾਮ ਨਿਰਧਾਰਿਤ ਕਰਕੇ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਹੋਏਗਾ। ਆਪਾਂ ਇਹ ਨਹੀਂ ਕਹਿੰਦੇ ਸਾਰਾ ਕੁਝ ਠੀਕ ਹੋ ਜਾਏ, ਪਰ ਘੱਟੋ ਘੱਟ ਉਸ ਮੁੱਦੇ 'ਤੇ ਕੰਮ ਸ਼ੁਰੂ ਹੋਏ। ਅੱਜ ਆਪਾਂ ਫਰੀਦਕੋਟ ਵਿਧਾਨ ਸਭਾ ਹਲਕੇ ਦੀ ਗੱਲ ਕਰਾਂਗੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਫਰੀਦਕੋਟ ਤੋਂ ਗੁਰਦਿੱਤ ਸਿੰਘ ਸੇਖੋਂ ਸਾਹਿਬ। 2017 ਦੇ ਵਿੱਚ ਵੀ ਉਹਨਾਂ ਨੇ ਚੋਣ ਲੜੀ ਸੀ, ਦੂਸਰੇ ਨੰਬਰ 'ਤੇ ਆਏ ਸੀ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਪਹਿਲੇ ਨੰਬਰ 'ਤੇ ਆਏ। 12-13 ਹਜ਼ਾਰ ਵੋਟਾਂ ਦਾ ਫਰਕ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਨੇ ਉਹ ਵੀ ਮੁਕਾਬਲੇ ਦੇ ਵਿੱਚ ਸਨ, ਪਰ ਉਹਨਾਂ ਦੀ ਗੱਲ ਨਹੀਂ ਸੀ ਬਣ ਸਕੀ। ਗੁਰਦਿੱਤ ਸਿੰਘ ਸੇਖੋਂ ਸਾਹਿਬ ਤੋਂ ਜਾਣਦੇ ਹਾਂ ਕਿ ਇਸ ਵਾਰੀ ਕੀ ਦਾਅਵੇ ਨੇ, ਲੋਕਾਂ ਦੇ ਕੀ ਰਿਸਪੌਂਸ ਨੇ, ਲੋਕਾਂ ਵੱਲੋਂ ਕਿਸ ਤਰੀਕੇ ਦਾ ਜਿਹੜਾ ਉਹ ਮੂਹਰਿਓਂ ਸਵਾਲਾਂ ਜਵਾਬਾਂ ਦਾ ਸਿਲਸਿਲਾ ਚੱਲ ਰਿਹਾ। ਸੇਖੋਂ ਸਾਹਿਬ, ਸਵਾਗਤ ਹੈ ਪ੍ਰਾਈਮ ਏਸ਼ੀਆ TV ਤੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸੇਖੋਂ ਸਾਹਿਬ, ਬਹੁਤ ਘੱਟ ਲੀਡਰ ਨੇ ਜਿਨ੍ਹਾਂ ਦੇ ਨਾਲ ਵੋਟਾਂ ਤੋਂ ਬਿਨਾਂ ਵੀ ਗੱਲ ਕਰਨ ਦਾ ਮੌਕਾ ਮਿਲਦਾ, ਤੇ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਹੋ, ਕਿਉਂਕਿ ਤੁਹਾਡੀ ਸਮਾਜਿਕ ਕੰਮਾਂ ਦੇ ਵਿੱਚ ਸਰਗਰਮੀ ਕੁਝ ਹੱਦ ਤੱਕ ਰਹਿੰਦੀ ਹੈ। ਹਾਂ, ਤੁਹਾਡੀ ਸਰਗਰਮੀ ਵੋਟਾਂ 'ਚ ਬਦਲਦੀ ਹੈ ਕਿ ਨਹੀਂ ਬਦਲਦੀ, ਉਹ ਬਾਅਦ ਦੀ ਗੱਲ ਹੈ। ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹੈ, ਤੁਹਾਡੇ ਬੈਕਗਰਾਊਂਡ 'ਤੇ ਜਾਣ ਤੋਂ ਪਹਿਲਾਂ, ਕਿ 5 ਸਾਲ ਪਹਿਲਾਂ ਤੁਸੀਂ ਵਿਧਾਨ ਸਭਾ ਦੀ ਚੋਣ ਇਸੇ ਫਰੀਦਕੋਟ ਹਲਕੇ ਤੋਂ ਹਾਰ ਗਏ ਸੀ। ਪਾਰਟੀ ਨੇ ਟਿਕਟ ਤੁਹਾਨੂੰ ਫੇਰ ਦੇ ਦਿੱਤੀ ਹੈ। ਇਹਨਾਂ 5 ਸਾਲਾਂ ਦੇ ਵਿੱਚੋਂ ਫਿਰ 4.5 ਸਾਲ ਤੁਸੀਂ ਚੁੱਪ ਚਪੀਤੇ ਘਰੇ ਬੈਠੇ ਰਹੇ ਹੋਣੇ ਆ ਕਿ ਭਾਈ ਵੋਟਾਂ ਨੇੜੇ ਆਉਣਗੀਆਂ, ਲੋਕਾਂ ਦੇ ਨਾਲ ਫੇਰ ਸੰਪਰਕ ਕਰਾਂਗੇ, ਜਾਂ ਫਿਰ 5 ਸਾਲ ਤੁਸੀਂ ਲਗਾਤਾਰ ਸਰਗਰਮ ਰਹੇ ਹੋ, ਕਿਉਂਕਿ ਬਹੁਤੇ ਲੀਡਰ ਇਲੈਕਸ਼ਨ ਹਾਰ ਕੇ ਘਰੇ ਬਹਿ ਜਾਂਦੇ ਹੁੰਦੇ ਆ। ਦੇਖੋ ਜੀ, ਮੈਂ ਜਿਹੜਾ ਹੈਗਾ ਜਦੋਂ ਤੋਂ ਤਕਰੀਬਨ 32 ਸਾਲ ਹੋ ਗਏ, ਮੈਂ ਹੁਣ ਹਿਸਾਬ ਕਿਤਾਬ ਲਾਉਣਾ ਸ਼ੁਰੂ ਕੀਤਾ ਜੀ। 32 ਸਾਲਾਂ ਤੋਂ ਮੈਂ ਸਮਾਜ ਸੇਵਾ ਕਰ ਰਿਹਾ, ਔਰ ਕਦੇ ਕੋਈ ਇਹੋ ਜਿਹਾ ਦਿਨ ਨਹੀਂ ਹੋਇਆ ਵੀ ਜਿੱਥੇ ਕਿਸੇ ਦੇ ਕੰਮ ਨਾ ਆਈ ਹੋਈ। ਕਿਉਂਕਿ ਅੱਜ ਇੱਥੇ ਸਮੱਸਿਆ ਹੀ ਸਰਕਾਰਾਂ ਨੇ ਇੰਨੀਆਂ ਪੈਦਾ ਕਰਤੀਆਂ ਵੀ ਕਿਸੇ ਨਾ ਕਿਸੇ ਬੰਦੇ ਦੀ ਹਰ ਰੋਜ਼ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ। ਪਹਿਲਾਂ ਸਪੋਰਟਸ ਨਾਲ ਰਿਲੇਟਡ ਸੀ, ਉਦੋਂ ਜਿਹੜੇ ਗਰੀਬ ਖਿਡਾਰੀ ਸੀ ਉਹਨਾਂ ਦੇ ਲਈ ਕਰਦੇ ਸੀ ਜ਼ਿਆਦਾ, ਕਿਉਂਕਿ ਸਪੋਰਟਸ ਤੋਂ ਸ਼ੁਰੂ ਹੋਏ ਸੀ। ਉਹਨਾਂ ਦੇ ਲਈ ਸਪੋਰਟਸ ਦਾ ਜਿਹੜਾ ਸਮਾਨ ਹੈ, ਬੂਟ ਹੈ, ਜਾਂ ਉਹਨਾਂ ਦੀਆਂ ਖੁਰਾਕ ਦੇ ਪ੍ਰਬੰਧ ਕਰਨਾ, ਜਾਂ ਗਰੀਬ ਬੱਚਿਆਂ ਦੇ ਸਕੂਲਾਂ 'ਚ ਦਾਖਲੇ ਕਰਾਉਣੇ, ਕਾਲਜਾਂ 'ਚ ਦਾਖਲੇ ਕਰਾਉਣੇ, ਉਸ ਤੋਂ ਲੈ ਕੇ ਸ਼ੁਰੂ ਹੋਏ ਸੀ। ਖੂਨਦਾਨ ਕਰਨ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਕ ਸੀ। 18 ਸਾਲ ਦੀ ਉਮਰ 'ਚ ਮੈਂ ਪਹਿਲੀ ਵਾਰੀ ਖੂਨਦਾਨ ਕੀਤਾ ਸੀ, ਤੇ ਲਗਾਤਾਰ 32-33 ਸਾਲ ਹੋ ਗਏ ਖੂਨਦਾਨ ਕਰਦਿਆਂ ਨੂੰ। ਤਾਂ ਲਗਾਤਾਰ ਹੀ ਇਸ ਕੰਮ ਨਾਲ ਜੁੜੇ ਹੋਏ। ਜਿਸ ਦਿਨ ਰਿਜ਼ਲਟ ਆਇਆ ਪਿਛਲੀ ਵਾਰੀ, ਤਾਂ ਮੈਂ ਨੈਕਸਟ ਡੇ ਸਵੇਰੇ 4 ਵਜੇ ਆਪਦੇ ਕੰਮ ਤੇ ਪਹੁੰਚ ਗਿਆ ਸੀ, ਕਿਉਂਕਿ ਮੈਂ ਇਹ ਮੰਨ ਕੇ ਨਹੀਂ ਚੱਲਦਾ ਮੈਂ ਪ੍ਰੋਫੈਸ਼ਨਲ ਸਿਆਸਤਦਾਨ ਹਾਂ। ਮੇਰਾ ਇੱਕ ਸਮਾਜ ਪ੍ਰਤੀ ਫਰਜ਼ ਹੈ ਕਿ ਮੇਰੇ ਜੇ ਸਮਾਜ ਦੇ ਲੋਕ ਦੁਖੀ ਹੈ, ਔਰ ਜਿੰਨਾ ਕੰਮ ਮੈਂ ਕਰ ਸਕਦਾ ਕਿਸੇ ਦੇ ਲਈ, ਸਾਰੀ ਦੁਨੀਆ ਨੂੰ ਮੈਂ ਠੀਕ ਨਹੀਂ ਕਰ ਸਕਦਾ, ਪਰ ਜਿੰਨਾ ਕੁ ਮੈਂ ਕਰ ਸਕਦਾ ਮੈਂ ਆਪਦੇ ਹਿੱਸੇ ਦਾ ਜ਼ਰੂਰ ਠੀਕ ਕਰਾਂ। ਸਾਡੇ ਸੰਸਥਾ ਲੰਗਰ ਮਾਤਾ ਖੀਵੀ ਦੇ ਨਾਂ ਤੇ ਫਰੀਦਕੋਟ ਚੱਲਦੀ ਆ। ਪਿਛਲੇ 16-17 ਸਾਲਾਂ ਤੋਂ ਅਸੀਂ ਲੰਗਰ ਦੀ ਸੇਵਾ ਕਰ ਰਹੇ ਹਾਂ, ਸਿਰਫ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਵਾਸਤੇ, ਜਿਹ 'ਚ 10,000 ਬੰਦੇ ਦਾ ਲੰਗਰ ਚੱਲਦਾ। ਤਾਂ ਸਾਡੇ ਜਿਹੜੇ ਪ੍ਰਧਾਨ ਨੇ ਕੈਪਟਨ ਧਰਮ ਸਿੰਘ ਗਿੱਲ, ਉਹ ਇੱਕੋ ਗੱਲ ਕਹਿੰਦੇ ਆ ਵੀ ਜਿਉਂਦਾ ਬੰਦਾ ਹੀ ਜਿਉਂਦੇ ਦੇ ਕੰਮ ਆ ਸਕਦਾ। ਜੇ ਤੁਸੀਂ ਮਰ ਗਏ ਤਾਂ ਤੁਹਾਡੇ ਲਈ ਦੂਜਾ ਕੋਈ ਕੁਛ ਨਹੀਂ ਕਰ ਸਕਦਾ, ਤੇ ਜੇ ਦੂਜਾ ਮਰ ਗਿਆ ਤਾਂ ਤੁਸੀਂ ਉਹਦੇ ਲਈ ਜੋ ਮਰਜ਼ੀ ਕਰੇ, ਜੋ ਕੋਈ ਫਾਇਦਾ ਨਹੀਂ। ਜਿਉਂਦਾ ਬੰਦਾ ਹੀ ਜਿਉਂਦੇ ਲਈ ਕੁਛ ਕਰ ਸਕਦਾ। ਉਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਲਗਾਤਾਰ ਆਪਦਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਕੋਈ ਦਿਨ ਨਹੀਂ ਹੋਇਆ ਵੀ ਜਿਹਦੇ ਸਵੇਰੇ ਲੇਟ ਉੱਠੇ ਆ, ਚਾਹੇ ਰਾਤ ਨੂੰ ਲੇਟ ਵੀ ਆਈਏ ਤਾਂ ਵੀ ਸਵੇਰੇ ਹੁੰਦਾ ਇਹਨਾਂ ਕੰਮ ਤਾਂ ਜ਼ਰੂਰ ਕਰਨਾ, ਜਿਹਨੇ ਫਿਰ ਦੇਖੀ ਜਾਊ। ਸੇਖੋਂ ਸਾਹਿਬ, ਮੈਨੂੰ ਇੱਕ ਗੱਲ ਦੱਸਿਓ, ਇਮਾਨਦਾਰੀ ਨਾਲ ਦੱਸਿਓ ਕਿ ਟੈਚੀ ਕਿੱਡਾ ਕੁ ਵੱਡਾ ਲੈ ਕੇ ਗਏ ਸੀ ਟਿਕਟ ਲੈਣ ਦੇ ਲਈ? ਬੜਾ ਰੌਲਾ ਪੈਂਦਾ ਜੀ, ਟਿਕਟਾਂ ਵਿਕਦੀਆਂ ਜੀ, ਪੈਸੇ ਲੈ ਕੇ ਮਿਲਦੀਆਂ ਜੀ। ਗੁਰਦਿੱਤ ਸਿੰਘ ਸੇਖੋਂ 2 ਵਾਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਣੇ ਨੇ, ਕਿੰਨੇ ਕੁ ਪੈਸੇ ਲੱਗੇ ਟਿਕਟ ਲੈਣ ਦੇ ਲਈ? ਦੇਖੋ, ਜੇ ਮੈਂ ਦੱਸਾਂ, ਕਿਉਂਕਿ ਇਸ ਵਾਰੀ ਮੇਰੇ ਘਰ ਸ਼ਿਸ਼ੋਦੀਆ ਜੀ ਆਏ ਆ। ਪਿਛਲੇ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਮੇਰੇ ਘਰੇ ਕਿਸੇ ਵੱਡੇ ਲੀਡਰ ਨੇ ਚਾਹ ਦਾ ਕੱਪ ਵੀ ਨਹੀਂ ਪੀਤਾ। ਇੱਥੋਂ ਤੱਕ ਕਿ ਮੈਂ ਖੁਦ
ਅਰਵਿੰਦ ਕੇਜਰੀਵਾਲ ਜੀ ਨੂੰ ਬੇਨਤੀ ਕੀਤੀ, ਸਰ ਵੀ ਮੈਂ ਸਮਾਜ ਸੇਵੀ ਬੰਦਾ, ਮੈਨੂੰ ਪੋਲਿਟਿਕਸ ਨਹੀਂ ਆਉਂਦੀ। ਕਿਉਂਕਿ ਪੋਲਿਟਿਕਸ ਦੇ ਵਿੱਚ ਆਉਣ ਵਾਸਤੇ ਤੁਹਾਨੂੰ ਥੋੜਾ ਬਹੁਤਾ ਝੂਠ ਜ਼ਰੂਰ ਬੋਲਣਾ ਚਾਹੁੰਦਾ। ਲੋਕ ਮੰਗਦੇ ਆ ਵੀ ਤੁਸੀਂ ਝੂਠ ਬੋਲੋ ਜੀ ਥੋੜਾ ਬਹੁਤਾ। ਠੀਕ ਹੈ। ਤਾਂ ਮੈਨੂੰ ਇਹ ਲੱਗਦਾ ਸੀ ਮੈਂ ਨਹੀਂ ਬੋਲ ਸਕਣਾ। ਤਾਂ ਪਿਛਲੀ ਵਾਰੀ ਮੇਰੀ ਹਾਰ ਦਾ ਕਾਰਨ ਵੀ ਕਿਸੇ ਹੱਦ ਤੱਕ ਇਹੀ ਹੋਇਆ ਕਿ ਮੈਂ ਕਿਸੇ ਨੂੰ ਝੂਠਾ ਲਾਰਾ ਨਹੀਂ ਲਾਇਆ ਜੀ। ਜੋ ਸੱਚ ਸੀ ਉਹ ਕਿਹਾ। ਪਰ ਫਿਰ ਵੀ ਪਾਰਟੀ ਨੇ ਮੈਨੂੰ ਸੱਦ ਕੇ, ਕਿਉਂਕਿ ਮੇਰਾ ਕੰਮ ਦੇਖਿਆ ਉਹਨਾਂ ਨੇ। ਕੋਈ ਇਹ ਨਹੀਂ ਵੀ ਇੰਨਾ ਹਜ਼ਾਰੇ ਮੂਵਮੈਂਟ ਦੇ ਨਾਲ ਅਸੀਂ ਹਿੱਸਾ ਰਹੇ ਹਾਂ, ਪਰ ਉਸ ਤੋਂ ਪਹਿਲਾਂ ਅਸੀਂ ਫਰੀਦਕੋਟ ਦੇ ਵਿੱਚ ਇੱਕ ਐਡੀ ਵੱਡੀ ਲੜਾਈ ਲੜੀ ਜਿਹਦੇ ਨਾਲ ਇਲਾਕੇ 'ਚ ਨਹੀਂ ਪੂਰੇ ਭਾਰਤ ਦੇ ਵਿੱਚ ਔਰ ਇੰਟਰਨੈਸ਼ਨਲ ਲੈਵਲ ਤੱਕ ਵੀ ਜਿਹੜੀ ਉਹ ਲੜਾਈ ਦੀ ਗੱਲ ਪਹੁੰਚੀ ਔਰ ਬੜੀ ਬਖੂਬੀ ਲੜੀ ਗਈ ਔਰ ਉਹਦੇ ਵਿੱਚ ਅਸੀਂ ਮੋਹਰੀ ਭੂਮਿਕਾ ਨਿਭਾਈ। ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਬਣੀ, ਇੰਨਾ ਹਜ਼ਾਰੇ ਦੀ ਮੂਵਮੈਂਟ ਆਈ, ਅਸੀਂ ਉਹਦਾ ਹਿੱਸਾ ਬਣੇ। ਤਾਂ ਹੌਲੀ ਹੌਲੀ ਪਤਾ ਨਹੀਂ ਲੱਗਿਆ ਕਦੋਂ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਤੇ ਕਦੋਂ ਪਹਿਲਾਂ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਮਿਲੀ, ਫਿਰ ਜ਼ਿਲ੍ਹਾ ਪ੍ਰਧਾਨ ਦੀ ਮਿਲੀ, ਉਸ ਤੋਂ ਬਾਅਦ ਟਿਕਟ ਮਿਲ ਗਈ ਜੀ। ਮੈਂ ਮਤਲਬ ਫਿਰ ਉੱਥੇ ਉਹਨਾਂ ਕੇ ਸਾਡੇ ਜਿਹੜੇ ਪ੍ਰਧਾਨ ਨੇ ਕੈਪਟਨ ਧਰਮ ਸਿੰਘ ਗਿੱਲ, ਉਹ ਮੈਨੂੰ ਇੱਕੋ ਗੱਲ ਕਹਿੰਦੇ ਹੁੰਦੇ ਵੀ ਗੁਰਦਿੱਤ, ਜਿਹੜਾ ਬੰਦਾ ਕੰਮ ਕਰਦਾ ਨਾ ਉਹਨੂੰ ਇਨਾਮ ਦੇ ਵਿੱਚ ਇੱਕੋ ਹੀ ਚੀਜ਼ ਮਿਲਦੀ ਆ, ਹੋਰ ਕੰਮ। ਜਿੰਨਾ ਤੁਸੀਂ ਕੰਮ ਕਰੋਗੇ ਤੁਹਾਨੂੰ ਲੋਕ ਹੋਰ ਕੰਮ ਦੇਣਗੇ। ਤੋ ਇਸ ਵਾਸਤੇ ਅਸੀਂ ਲੱਗੇ ਰਹੇ, ਹੁਣ ਵੀ ਹੈਗਾ। ਉਹ ਜਿਹੜੇ ਬੰਦਿਆਂ ਦਾ ਪੋਲਿਟਿਕਸ ਨਾਲ ਕੋਈ ਸੰਬੰਧ ਹੀ ਨਹੀਂ, ਉਹੋ ਜਿਹੇ ਮੁੱਦੇ ਵੀ ਸਾਡੇ ਕੋਲੇ ਆਉਂਦੇ ਆ ਤੇ ਉਹਨਾਂ ਦਾ ਵੀ ਅਸੀਂ ਕਈ ਵਾਰੀ ਹੱਲ ਕਰੀਦਾ। ਲੋਕਾਂ ਦੇ ਨਿੱਜੀ ਮਾੜੇ ਮੋਟੇ ਲੜਾਈ ਝਗੜੇ ਹੁੰਦੇ, ਉਹ ਵੀ ਹੁੰਦੇ ਆ, ਪਰਿਵਾਰਕ ਕੇਸ ਵੀ ਹੁੰਦੇ ਆ, ਹੋਰ ਵੀ ਕਈ ਤਰ੍ਹਾਂ ਦੇ ਕੇਸ ਸਾਡੇ ਕੋਲੇ ਆਉਂਦੇ ਆ ਜਿਹੜਾ ਪੋਲਿਟਿਕਸ ਨਾਲ ਸੰਬੰਧ ਨਹੀਂ ਹੁੰਦਾ, ਪਰ ਉਹ ਸਾਡੇ ਕੋਲੇ ਆਉਂਦੇ, ਅਸੀਂ ਉਹ ਮਸਲੇ ਕਰਦੇ ਹਾਂ। ਚਲੋ ਮੰਨ ਕੇ ਚੱਲਦੇ ਹਾਂ ਸੇਖੋਂ ਸਾਹਿਬ ਕਿ ਰੁਪਈਆ ਟਕਾ ਕੋਈ ਨਹੀਂ ਦੇਣਾ ਪਿਆ, ਤੁਹਾਡੀ ਸਮਾਜ ਸੇਵਾ ਨੂੰ ਦੇਖਦੇ ਹਾਂ ਟਿਕਟ ਮਿਲ ਗਈ। ਸ਼ੋਭੇ ਸ਼ਾਮਾ ਸਾਡੇ ਵੱਲੋਂ ਤੁਹਾਨੂੰ ਵੀ ਬਾਕੀ ਉਮੀਦਵਾਰਾਂ ਨੂੰ ਵੀ, ਪਰ ਬਾਈ ਚਾਂਸ ਜੇ ਐਤਕੀ ਵੀ ਗੱਲ ਨਾ ਬਣੀ ਤਾਂ ਕੀ ਗੁਰਦਿੱਤ ਸਿੰਘ ਸੇਖੋਂ ਹੋਰੀ ਆਪਣਾ ਕੰਮ ਸਮਾਜ ਸੇਵਾ ਵਾਲਾ ਇੱਦਾਂ ਹੀ ਜਾਰੀ ਰੱਖਣਗੇ? ਐਤਕੀ ਵੀ ਨਤੀਜੇ ਤੋਂ ਬਾਅਦ 11 ਮਾਰਚ ਨੂੰ ਤੁਸੀਂ ਦਸਤਾਰ ਸਜਾ ਕੇ ਫਿਰ ਲੋਕਾਂ ਦੀ ਸੇਵਾ 'ਚ ਹਾਜ਼ਰ ਹੋਗੇ? ਦੇਖੋ ਜੀ, ਵੈਸੇ ਤਾਂ ਪਰਮਾਤਮਾ ਇਸ ਵਾਰੀ ਕਿਰਪਾ ਕਰੂਗਾ ਜੀ, ਪਰ ਕਿਉਂਕਿ ਕਦੇ ਸੋਚਿਆ ਹੀ ਨਹੀਂ ਵੀ ਯਾਰ ਤੁਸੀਂ ਐਮਐਲਏ ਬਣ ਸਕਦੇ ਹੋ, ਇਹ ਕਦੇ ਸੋਚਿਆ ਵੀ ਨਹੀਂ ਸੀ। ਇੱਕ ਛੋਟੇ ਜਿਹੇ ਪਿੰਡ 'ਚ ਅਸੀਂ ਉੱਠੇ ਹਾਂ ਤੇ ਇੱਕ ਇਹ ਸੀ ਵੀ ਲੋਕਾਂ ਦੇ ਕੰਮ ਆਉਣਾ। ਜ਼ਿੰਦਗੀ 'ਚ ਸ਼ੁਰੂਆਤ ਇਸ ਤਰ੍ਹਾਂ ਦੀ ਹੋਈ, ਪਰਿਵਾਰ ਗਰੀਬੀ 'ਚ ਉੱਠਿਆ ਸੀ ਤੇ ਸਾਡੀ ਵੀ ਮਦਦ ਕੀਤੀ ਜਦੋਂ ਅਸੀਂ ਗਰੀਬ ਸੀ। ਤਾਂ ਫਿਰ ਜਦੋਂ ਕੋਲੇ ਕੁਛ ਹੋਇਆ, ਫਿਰ ਇਹ ਸੋਚਿਆ ਵੀ ਯਾਰ ਜੇ ਸਾਡੀ ਕਿਸੇ ਨੇ ਬਾਂਹ ਫੜੀ ਆ, ਅਸੀਂ ਇੱਥੋਂ ਤੱਕ ਆਏ ਤਾਂ ਸਾਨੂੰ ਵੀ ਕਿਸੇ ਦੀ ਬਾਂਹ ਫੜਨੀ ਚਾਹੀਦੀ, ਸਮਾਜ ਪ੍ਰਤੀ ਫਰਜ਼। ਭਗਤ ਸਿੰਘ ਹੋਣਾ ਨੂੰ ਪੜ੍ਹਿਆ, ਕਰਤਾਰ ਸਿੰਘ ਸਰਾਭੇ ਨੂੰ ਪੜ੍ਹਿਆ, ਪਰ ਉਹਨਾਂ 'ਚੋਂ ਬੜਾ ਕੁਝ ਸਿੱਖਣ ਨੂੰ ਮਿਲਿਆ। ਤੇ ਮੈਂ ਆਪਦੇ ਲਈ 3 ਲਾਈਨਾਂ ਉਹ ਲਿਖੀਆਂ ਜਦੋਂ ਮੈਂ ਇਸ ਲਾਈਨ ਦੇ ਵਿੱਚ ਚੱਲਿਆ। ਇਹ ਬੰਦੇ ਪਾਣੀ ਦੇ ਬੁਲਬੁਲੇ, ਇਹ ਬੰਦੇ ਪਾਣੀ ਦੇ ਬੁਲਬੁਲੇ, ਮਿਟਣ ਤੋਂ ਪਹਿਲਾਂ ਕੁਝ ਐਸੇ ਕਰਮ ਕਰਕੇ ਤਾਂ ਦੇਖ, ਲੋਕ ਉਹਨਾਂ ਪੈੜਾਂ ਤੇ ਮੱਥੇ ਟੇਕਣ, ਕੁਝ ਐਸੇ ਕਦਮ ਧਰ ਕੇ ਤਾਂ ਦੇਖ, ਕਰ ਲੈਣਗੇ ਤੈਨੂੰ ਆਪੇ ਇਹ ਲੋਕ ਜਿੰਦਾ, ਇੱਕ ਵਾਰ ਇਹਨਾਂ ਲਈ ਮਰ ਕੇ ਤਾਂ ਦੇਖ। ਕੀ ਬਾਤ ਹੈ ਜੀ। ਇਹ ਸੋਚ ਕੇ ਚੱਲੇ ਆ ਕਿ ਯਾਰ ਲੋਕਾਂ ਲਈ ਕੁਝ ਕਰਨਾ। ਸੇਖੋਂ ਸਾਹਿਬ ਜਿੰਨੇ ਰੋਟੀ ਪਾਣੀ ਖਾਣਾ ਉਹਨਾਂ ਕੋ ਪ੍ਰਮਾਤਮਾ ਨੇ ਦਿੱਤਾ ਘਰੇ, ਠੀਕ ਹੈ ਜੀ, ਕੋਈ ਚਿੰਤਾ ਨਹੀਂ। ਸੇਖੋਂ ਸਾਹਿਬ ਮੈਨੂੰ ਇੱਕ ਗੱਲ ਦੱਸਿਓ, ਤੁਹਾਡਾ ਸਮਰਪਿਤ ਹੋ ਕੇ ਚੱਲੇ ਹੋ, ਤੁਹਾਡਾ ਮੁਕਾਬਲਾ ਬਹੁਤ ਵੱਡੇ ਲੋਕਾਂ ਦੇ ਨਾਲ ਹੈ। ਕੁਸ਼ਲਦੀਪ ਸਿੰਘ, ਕਿੱਕੀ ਢਿੱਲੋਂ, ਕਿੱਡੇ ਵੱਡੇ ਬੰਦੇ ਨੇ। ਪਰਮਬੰਸ ਸਿੰਘ ਬੰਟੀ ਰਮਾਣਾ, ਉਹ ਅਕਾਲੀ ਦਲ ਦੇ ਯੂਥ ਵਿੰਗ ਦੇ ਮੁਖੀ ਨੇ। ਤੇ ਆਮ ਤੁਸੀਂ ਕਹਿੰਦੇ ਹੋ ਕਿ ਅਸੀਂ ਸਧਾਰਨ ਪਰਿਵਾਰ ਦੇ ਵਿੱਚੋਂ ਉੱਠੇ ਹੋ। ਹੁਣ ਜਦੋਂ ਕੰਪੇਨ ਕਰਨ ਘਰੋਂ ਨਿਕਲਦੇ ਹੋ ਤਾਂ ਕਿੱਦਾਂ ਦਾ ਰਿਸਪੌਂਸ ਕਿੱਦਾਂ ਦਾ ਮਿਲਦਾ, ਹੁੰਗਾਰਾ ਕਿੱਦਾਂ ਦਾ ਆ ਲੋਕਾਂ ਦਾ? ਕੀ ਸਾਧਨਾਂ ਦੇ ਪੱਖ ਤੋਂ ਤੁਹਾਡੇ ਕੋਲੇ ਮੁਕਾਬਲਾ ਹੈਗਾ ਹੀ? ਜਿੱਦਾਂ ਦੀ ਅੱਜ ਕੱਲ੍ਹ ਪੋਲੀਟਿਕਸ ਰਾਜਨੀਤੀ ਚੱਲਦੀ ਹੈ, ਕੀ ਲੱਗਦਾ ਹੈ ਕਿ ਭਾਈ ਗੁਰਦਿੱਤ ਸਿੰਘ ਸੇਖੋਂ ਵੱਡੇ ਲੀਡਰਾਂ ਨੂੰ ਹਾਣਦਾ ਹੋ ਕੇ ਟੱਕਰ ਸਕੂਗਾ? ਲੋਕ ਕਿੱਦਾਂ ਦਾ, ਜਾਨੀ ਤੁਸੀਂ ਕਹਿੰਦੇ ਸਮਾਜ ਸੇਵਾ ਕਰਦੇ ਹੋ, ਲੋਕਾਂ ਦੇ ਵਿੱਚ ਹੁੰਗਾਰਾ ਕਿੱਦਾਂ ਦਾ ਹੈ? ਦੇਖੋ, ਅਸਲ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਬਹੁਤ ਵਾਰੀ ਤੁਹਾਨੂੰ ਲੋਕ ਜਿਹੜਾ ਕੋਈ ਰੁਤਬਾ ਦਿੰਦੇ ਆ, ਸਨਮਾਨ ਦਿੰਦੇ, ਉਹ ਬਹੁਤੇ ਲੋਕਾਂ ਦੇ ਹਿੱਸੇ ਨਹੀਂ ਆਉਂਦਾ। ਮੈਨੂੰ ਫਰੀਦਕੋਟ ਸ਼ਹਿਰ ਦੇ ਵਿੱਚ ਜੇ ਕੋਈ 80 ਸਾਲਾ ਬਜ਼ੁਰਗ ਵੀ ਮਿਲਦਾ ਤੇ ਜਾਂ ਕੋਈ 10 ਸਾਲ ਦਾ ਬੱਚਾ ਮਿਲਦਾ ਤਾਂ ਮੇਰੇ ਨਾਂ ਦੇ ਨਾਲ ਇੱਕ ਸ਼ਬਦ ਲਾਉਂਦਾ, ਬਾਈ ਗੁਰਦਿੱਤ। ਕਿਉਂਕਿ ਸਪੋਰਟਸ ਤੋਂ ਸ਼ੁਰੂ ਹੋਏ ਸੀ, ਉੱਥੇ ਇੱਕ ਦੂਜੇ ਦੀ ਰਿਸਪੈਕਟ ਇਸ ਤਰ੍ਹਾਂ ਕਰਦੇ ਸੀ। ਪਰ ਉਹ ਬਾਸਕਟਬਾਲ ਦੀ ਗਰਾਊਂਡ ਚੋਂ ਨਿਕਲ ਕੇ ਬਾਈ ਗੁਰਦਿੱਤ ਹਰ ਇੱਕ ਗਲੀ, ਹਰ ਇੱਕ ਮਹੱਲੇ ਤੱਕ ਬਾਈ ਬਣ ਕੇ ਨਿਕਲਿਆ। ਬੇਸ਼ੱਕ ਮੇਰੇ ਕੋਲੇ ਉਹਨਾਂ ਜਿੰਨੇ ਸਾਧਨ ਨਹੀਂਗੇ, ਪਰ ਮੇਰੇ ਨਾਲ ਲੋਕਾਂ ਦਾ ਪ੍ਰੇਮ ਬਹੁਤ ਹੈ ਜੀ। ਹਰ ਇੱਕ ਗਲੀ ਦੇ ਵਿੱਚ ਲੋਕ ਆਪ ਮੁਹਾਰੇ। ਹੁਣ ਪਿੰਡਾਂ ਦੇ ਵਿੱਚ ਪਿਛਲੀ ਵਾਰੀ ਮੇਰੀ ਇਹ ਸੀ ਕਿ ਮੈਨੂੰ ਸ਼ਹਿਰ ਦੇ ਲੋਕ ਜਾਣਦੇ ਸੀ, ਪਿੰਡਾਂ ਦੀ ਪੋਲਿਟਿਕਸ ਦਾ ਮੈਂ ਹਿੱਸਾ ਨਹੀਂ ਸੀਗਾ।
ਪਰ ਹੁਣ ਲੋਕਾਂ ਨੂੰ ਪਤਾ ਲੱਗਣ ਲੱਗਿਆ ਵੀ ਇਹ ਬੰਦਾ ਕੌਣ ਆ ਜੀ। ਉਸ ਤੋਂ ਬਾਅਦ ਲਗਾਤਾਰ ਹਾਰਨ ਤੋਂ ਬਾਅਦ ਸ਼ੂਗਰ ਮਿਲ ਨੂੰ ਬਚਾਉਣ ਲਈ ਮਰਨ ਵਰਤ ਰੱਖਿਆ। ਉਦੋਂ ਵੀ ਮੇਰਾ 8.5 ਕਿਲੋ ਭਾਰ ਘਟ ਗਿਆ ਸੀ। ਬੇਈਮਾਨੀ ਕਰਕੇ ਫਿਰ ਸਾਡੇ ਲੀਡਰ, ਲੋਕਲ MLA ਤੇ ਪੰਜਾਬ ਦੀ ਪੋਲਿਟਿਕਸ ਦੇ ਮਿਨਿਸਟਰ ਆ ਕੇ ਇਹ ਵਾਅਦਾ ਕਰਕੇ ਗਏ ਵੀ ਅਸੀਂ ਸ਼ੂਗਰ ਮਿਲ ਚਾਲੂ ਕਰਾਂਗੇ। ਤਾਂ ਉਸ ਤੋਂ ਬਾਅਦ ਮੈਡੀਕਲ ਕਾਲਜ ਵਿੱਚ ਪਹਿਲਾਂ ਵੀ ਲੜਾਈਆਂ ਲੜਦੇ ਸੀ। ਹੁਣ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਜੇ ਕਿਸੇ ਦੀ ਸਮੱਸਿਆ ਹੁੰਦੀ ਹੈ ਪਿੰਡਾਂ 'ਚ ਤਾਂ ਉਹ ਸਾਡੇ ਤੱਕ ਪਹੁੰਚ ਕਰਦਾ, ਕਿਸੇ ਦੇ ਮਰੀਜ਼ ਦੀ, ਕਿਸੇ ਦੀ ਜਿਹੜੀ ਹੈਗੀ। ਉਹ ਜਿਹੜਾ ਮੇਰਾ ਕੰਮ ਕੀਤਾ ਜੀ, ਉਹ ਮੇਰਾ ਕੰਮ ਪਹਿਲਾਂ ਮੇਰੀ ਵੈਰੀਫਿਕੇਸ਼ਨ ਦੇ ਰੂਪ 'ਚ ਪਿੰਡਾਂ ਕੋਲ ਦੇ ਵਿੱਚ ਲੋਕਾਂ 'ਚ ਜਾਂਦਾ ਹੈ। ਜਿਹੜੇ ਬੰਦੇ ਮੈਨੂੰ ਮੂੰਹ ਨਹੀਂ ਜਾਣਦੇ ਹੁੰਦੇ ਤਾਂ ਉਹ ਇਹ ਦੱਸਦੇ ਆ ਵੀ ਇਹ ਲੰਗਰ ਮਾਤਾ ਖੀਵੀ ਵਾਲੇ ਆ ਜਾਂ ਇਹ ਝਾੜੂ ਵਾਲੇ ਆ। ਇੰਨੀ ਕੁ ਪਹਿਚਾਣ ਲੋਕਾਂ ਬਣ ਗਈ ਤੇ ਉਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੀ ਆ। ਇਹ ਮੈਨੂੰ ਬਹੁਤ ਬੈਨੀਫਿਟ ਹੈ। ਪਰ ਉਹ ਗੱਡੀਆਂ ਲਈ ਫਿਰਦੇ ਵੱਧ ਤੋਂ ਵੱਧ, ਪਰ ਉਹਨਾਂ ਦੀ ਕੋਈ ਸੁਣਨ ਵਾਲਾ ਨਹੀਂ। ਤੇ ਸਾਡੇ ਜਿੰਨੇ ਕੁ ਸਾਡੇ ਰਿਕਸ਼ੇ ਚੱਲਦੇ ਆ ਜਾਂ ਸਾਡਾ ਜਿੰਨੇ ਕੁ ਸਾਧਨ ਮਾਰਕੀਟ ਦੇ ਵਿੱਚ ਹੈਗੇ ਆ, ਉਹ ਸਾਡਾ ਕੰਮ ਚਲਾਈ ਜਾਂਦੇ ਆ। ਸਾਡੇ ਵਰਕਰ ਲੱਗੇ ਹੋਏ ਆ, ਘਰ ਘਰ ਜਾਂਦੇ ਆ, ਗਲੀ ਗਲੀ ਜਾਂਦੇ ਆ, ਲੋਕਾਂ ਨੂੰ ਪ੍ਰੇਰਨਾ ਕਰਦੇ ਆ। ਫਿਰ ਲੋਕਾਂ ਦਾ ਰਿਸਪੌਂਸ ਵੀ ਆਉਂਦਾ ਵੀ ਤੁਹਾਡੇ ਕੋਈ ਬੰਦੇ ਆਏ ਸੀ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਜੀ। ਸੋ ਲੜਨ ਵਾਸਤੇ ਜਜ਼ਬਾ ਵੀ ਚਾਹੀਦਾ। ਇੱਕ ਅੰਗਰੇਜ਼ੀ ਦੇ ਵਿੱਚ ਦੀਆਂ ਲੈਣਾ ਸੀ, ਉਹ ਤਾਂ ਮੈਂ ਪੰਜਾਬੀ ਦੱਸਦਾ ਵੀ ਉਹ ਕਹਿੰਦੇ ਖੁਸ਼ੀ ਮਨਾਉਣ ਵਾਸਤੇ ਤਾਂ ਪੈਸਾ ਚਾਹੀਦਾ, ਪਰ ਤੁਸੀਂ ਹਰ ਖੁਸ਼ੀ ਪੈਸੇ ਨਾਲ ਨਹੀਂ ਖਰੀਦ ਸਕਦੇ। ਠੀਕ ਹੈ ਵੀ ਉਹਨਾਂ ਨੇ ਪੈਸਾ ਬਹੁਤ ਬਣਾਇਆ। ਕਿੱਕੀ ਢਿੱਲੋਂ ਨੇ ਵੀ ਜਿਹੜੀ ਆਪਾਂ ਪੰਜਾਬੀ ਚ ਕਹੀਏ ਬੰਬ ਕੱਢਤੀ ਪੈਸਾ ਕਮਾਉਣ ਵਾਲੀ ਜੀ। ਤੇ ਬੰਟੀ ਰਮਾਣਾ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੇ ਮਜੀਠੀਏ ਦਾ ਬਹੁਤ ਨਜ਼ਦੀਕੀ ਰਿਹਾ, ਉਹਨੇ ਵੀ ਪੈਸੇ ਬਣਾਉਣ ਲਈ ਬੰਬ ਕੱਢਤੀ। ਪਰ ਪਿਛਲੀ ਵਾਰੀ ਬੰਟੀ ਰਮਾਣਾ 3 ਨੰਬਰ ਤੇ ਸੀਗਾ। ਸੋ ਪੈਸਾ ਬਹੁਤਾ ਨਹੀਂ ਮਹੱਤਤਾ ਰੱਖਦਾ। ਤੁਹਾਡੀ ਜਿਹੜੀ ਸ਼ਖਸੀਅਤ ਹੈ ਉਹਨੂੰ ਵੀ ਲੋਕ ਜਿਹੜਾ ਸਤਿਕਾਰ ਦਿੰਦੇ ਆ। ਸੋ ਲੜ ਰਹੇ ਆ ਜੀ, ਕੋਈ ਗੱਲ ਨਹੀਂ, ਠੀਕ ਹੈ। ਇਹ ਮਹਾਭਾਰਤ ਨਹੀਂ, ਤੁਹਾਡੇ ਵੀ ਲੜਨਾ ਪਊਗਾ। ਜੇ ਇਹ ਸੋਚ ਕੇ ਚੱਲਾਂਗੇ ਵੀ ਉਹਨਾਂ ਕੋਲੇ ਆਹ ਕੁਛ ਹੈ, ਜਿਹੜਾ ਕੁਛ ਮੇਰੇ ਕੋਲੇ ਹੈ ਉਹਨਾਂ ਕੋਲੇ ਹੈ ਨਹੀਂ, ਜੋ ਲੋਕਾਂ ਦਾ ਪਿਆਰ ਹੈ, ਜੋ ਸਤਿਕਾਰ ਹੈ। ਠੀਕ ਹੈ ਜੀ। ਸੇਖੋਂ ਸਾਹਿਬ, ਮੈਨੂੰ ਇੱਕ ਗੱਲ ਦੱਸਿਓ, ਮੈਂ 4 ਚੀਜ਼ਾਂ ਤੁਹਾਡੇ ਕੋਲੇ ਪੁੱਛਣੀਆਂ। ਇੱਕ ਤਾਂ ਫਰੀਦਕੋਟ ਖੰਡ ਮਿੱਲ ਜਿੱਥੇ ਕਿਸਾਨ ਗੰਨਾ ਲੈ ਕੇ ਜਾਂਦੇ ਆ, ਉਹਦੇ ਤੁਸੀਂ ਦੱਸਿਆ ਕਿ ਮਰਨ ਵਰਤ ਰੱਖਿਆ, ਭੁੱਖ ਹੜਤਾਲ ਕੀਤੀ। ਫਿਰ ਇੱਕ ਵਾਰੀ ਕੁਛ ਦਰਖਤਾਂ ਦਾ ਰੌਲਾ ਪਿਆ ਸੀ ਕਿ ਵੱਢ ਦਿੱਤੇ ਜੀ, ਅੱਗ ਲਾਤੀ ਜੀ, ਕਈ ਕੁਛ ਚੱਲਿਆ, ਉਦੋਂ ਵੀ ਰੌਲਾ ਰੱਪਾ ਪਿਆ। ਤੀਸਰੇ ਪਾਸੇ ਮੈਂ ਇਹ ਜ਼ਰੂਰ ਜਾਣਨਾ ਚਾਹੁੰਦਾ ਹਾਂ ਜਾਂ ਲੋਕਾਂ ਨੂੰ ਪਤਾ ਲੱਗ ਜਾਏ ਕਿ ਗੁਰਦਿੱਤ ਸਿੰਘ ਸੇਖੋਂ ਅੱਜ ਇਹ ਗੱਲ ਤਾਂ ਆਖ ਰਿਹਾ ਹੈ ਕਿ ਮੈਂ ਭਾਈ ਆਮ ਘਰ ਦਾ ਬੰਦਾ ਹੈ, ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ, ਮੈਂ ਸਮਾਜ ਸੇਵਾ ਕਰਦਾ। ਜੇ ਆਪਾਂ ਸਟੈਪ ਬਾਈ ਸਟੈਪ ਤੁਹਾਡੀ ਸ਼ਖਸੀਅਤ ਨੂੰ ਜਾਣਨਾ ਹੋਵੇ, ਕਿੱਥੇ ਦੇ ਜੰਮੇ ਪਲੇ ਹੋ, ਪੜ੍ਹੇ ਕਿੱਥੇ ਹੋ, ਬਾਸਕਟਬਾਲ ਦੇ ਨਾਲ ਨਾਤਾ ਕਿੱਥੋਂ ਤੱਕ ਦਾ ਰਿਹਾ, ਉਹਦੇ ਤੋਂ ਬਾਅਦ ਲੰਗਰ ਦੀ ਸੇਵਾ, ਉਹ ਸਾਰੀਆਂ ਚੀਜ਼ਾਂ ਜੇ ਸਟੈਪ ਬਾਈ ਸਟੈਪ ਸਮਝਾਉਣੀਆਂ ਹੁਣ ਤਾਂ ਮਾੜਾ ਜਿਹਾ ਦੱਸਣ ਦੀ ਖੇਚਲ ਕਰਿਓ। ਦੇਖੋ ਜੀ, ਮੇਰਾ ਜਿਹੜਾ ਪਿੰਡ ਆ ਉਹ ਮਚਾਕੀ ਖੁਰਦ ਹੈ। ਫਰੀਦਕੋਟ ਤੋਂ 11 ਕਿਲੋਮੀਟਰ ਸ਼ਿਪ ਦੇ ਵਾਲੇ ਪਾਸੇ ਆ। ਪਰ ਮੇਰੇ ਫਾਦਰ ਸਾਹਿਬ ਨੂੰ ਦੀ ਇੱਛਾ ਸੀ ਕਿ ਅਸੀਂ ਪਲੇਅਰ ਬਣੀਏ, ਕਿਉਂਕਿ ਉਹ ਖੁਦ ਵਧੀਆ ਪਲੇਅਰ ਸੀ, ਪਰ ਉਹ ਪਰਿਵਾਰਕ ਮਜਬੂਰੀਆਂ ਕਾਰਨ ਆਪਦੀ ਗੇਮ ਨੂੰ ਕੰਟੀਨਿਊ ਨਹੀਂ ਰੱਖ ਸਕੇ ਸੀ। ਤਾਂ ਫਿਰ ਉਹਨਾਂ ਦੇ ਜਦੋਂ ਅਸੀਂ ਉੱਠਣਾ ਸ਼ੁਰੂ ਹੋਇਆ, ਮੇਰੇ ਵੱਡੇ ਸਿਸਟਰ ਇੰਟਰਨੈਸ਼ਨਲ ਪਲੇਅਰ ਬਾਸਕਟਬਾਲ ਦੇ ਰਹੇ, ਬ੍ਰਦਰ ਵੱਡੇ ਸਰਜੀਤ ਸਿੰਘ ਉਹ ਇੰਟਰਨੈਸ਼ਨਲ ਪਲੇਅਰ ਰਹੇ, ਮੈਂ ਸੀਨੀਅਰ ਨੈਸ਼ਨਲ ਤੱਕ ਖੇਡਿਆ, ਛੋਟਾ ਬ੍ਰਦਰ ਜਿਹੜਾ ਹੈਗਾ ਸੀਨੀਅਰ ਨੈਸ਼ਨਲ ਤੱਕ ਖੇਡਿਆ। ਤਾਂ ਅਸੀਂ ਤਿੰਨੇ ਬ੍ਰਦਰ ਬਾਸਕਟਬਾਲ ਦੇ ਪਲੇਅਰ ਸੀ, ਸਿਸਟਰ ਬਾਸਕਟਬਾਲ ਦੇ ਪਲੇਅਰ ਸੀ। ਉਸ ਤੋਂ ਬਾਅਦ ਅਸੀਂ ਪਿੰਡ ਤੋਂ ਪੜ੍ਹ ਤੋਂ ਬਾਅਦ ਸ਼ਹਿਰ 'ਚ ਆਏ, ਫਰੀਦਕੋਟ ਸ਼ਹਿਰ 'ਚ। ਪਹਿਲਾਂ ਪ੍ਰਾਇਮਰੀ ਲੈਵਲ ਤੱਕ ਕਬੱਡੀ ਖੇਡੀ, ਪਰ ਉਸ ਤੋਂ ਬਾਅਦ ਜਦੋਂ ਬਾਸਕਟਬਾਲ ਗੇਮ ਦੇ ਵਿੱਚ ਸਿਸਟਰ ਚਲੇ ਗਏ, ਫਿਰ ਅਸੀਂ ਬ੍ਰਦਰ ਵੀ ਪਿੱਛੇ ਉਹਨਾਂ ਦੇ ਚਲੇ ਗਏ। ਪੁਲਿਸ ਦੀ ਨੌਕਰੀ ਕੀਤੀ। ਪੁਲਿਸ ਦੀ ਨੌਕਰੀ ਕਰਨ ਤੋਂ ਬਾਅਦ ਪੁਲਿਸ ਦੇ ਹੁੰਦਿਆਂ ਹੀ ਇਹ ਮਨ 'ਚ ਆਇਆ ਵੀ ਯਾਰ ਲੋਕਾਂ ਦੀ ਮਦਦ ਵੀ ਕਰਨੀ ਚਾਹੀਦੀ ਸਾਨੂੰ। ਅਸੀਂ ਸ਼ੁਰੂ ਤੋਂ ਸਹਾਰਾ ਸੁਸਾਇਟੀ ਦੇ ਨਾਲ ਜੁੜੇ। ਕੈਪਟਨ ਧਰਮ ਸਿੰਘ ਗਿੱਲ ਉਦੋਂ ਪ੍ਰਧਾਨ ਸੀ। ਉਦੋਂ ਅਸੀਂ ਲਵਾਰਸ ਲਾਸ਼ਾਂ ਦੇ ਸੰਸਕਾਰ ਕਰਦੇ ਸੀ ਜਾਂ ਖੂਨਦਾਨ ਜਿਹੜਾ ਕਰਦੇ ਸੀ। ਤਾਂ ਉੱਥੋਂ ਚੱਲਦੇ ਹੌਲੀ ਹੌਲੀ ਬਸ ਇਹ ਚੇਟਕ ਐਸੀ ਲੱਗੀ ਵੀ ਆਪਦੇ ਲੋਕਾਂ ਦਾ ਕੁਛ ਭਲਾ ਕਰੀਏ। ਫਿਰ ਜਦੋਂ ਮੈਨੂੰ ਲੱਗਿਆ ਵੀ ਹੁਣ ਮੈਨੂੰ ਇਕੱਲੀ ਇੱਕ ਨੌਕਰੀ 'ਚ ਫਸ ਕੇ ਨਹੀਂ ਰਹਿਣਾ ਚਾਹੀਦਾ, ਤਾਂ ਮੈਂ ਪੁਲਿਸ ਦੀ ਨੌਕਰੀ ਜਿਹੜੀ ਉਹ ਮੇਰੀ ਘੱਟੋ ਘੱਟ 19 ਸਾਲ ਦੀ ਸਰਵਿਸ ਪਈ ਸੀ, ਮੈਂ ਛੱਡ ਕੇ ਤੇ ਘਰੇ ਆ ਗਿਆ ਸੀ ਮੈਂ, ਕਿਉਂਕਿ ਮੈਂ ਕਰਨਾ ਚਾਹੁੰਦਾ ਸੀ ਕੁਛ। ਅਸਲ ਦੇ ਵਿੱਚ ਮੈਂ ਸਪੋਰਟਸ ਸਕੂਲ ਬਣਾਉਣਾ ਚਾਹੁੰਦਾ ਸੀ, ਮੇਰੀ ਦਿਲੀ ਇੱਛਾ ਸੀ ਕਿ ਮੈਂ ਸਪੋਰਟਸ ਸਕੂਲ ਬਣਾਵਾਂ ਜਿੱਥੇ, ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਮੈਂ ਤਸ਼ੱਦਦ ਦੇਖਦਾ, ਖਾਸ ਕਰਕੇ ਪਲੇਅਰਾਂ ਦੇ ਉੱਤੇ। ਮੇਰਾ ਬੇਟਾ ਵੀ ਇੰਟਰਨੈਸ਼ਨਲ ਪਲੇਅਰ ਆ ਬਾਸਕਟਬਾਲ ਦਾ, ਅਨਮੋਲ ਸਿੰਘ ਸੇਖੋਂ, ਜਿਹਦਾ ਪਟਕੇ ਦਾ ਰੌਲਾ ਪਿਆ ਸੀ ਕਤਰ ਦੇ ਵਿੱਚ, ਬਿਨਾਂ ਬੰਨੇ ਤੋਂ ਖੇਡਣਾ ਪਿਆ ਸੀ, ਉਹ ਪਟਕਾ ਬੰਨ ਕੇ ਖੇਡ ਨਹੀਂ ਸੀ ਦਿੱਤਾ। ਤਾਂ ਮੇਰੀ ਇਹ ਇੱਛਾ ਸੀ ਕਿ ਮੈਂ ਆਪਦਾ ਇੱਕ ਸਕੂਲ ਬਣਾਵਾਂ ਜਿਸ 'ਚ ਹਰ ਇੱਕ ਬੱਚਾ ਜਿਹੜਾ ਪੜ੍ਹੇ ਉਹ ਹਰ ਇੱਕ ਤਰ੍ਹਾਂ ਦੀ ਗੇਮ ਕਰੇ। ਪਰ ਉਹ ਕੀ ਹੋਇਆ ਵੀ ਤੁਸੀਂ ਜੋ ਚਾਹੁੰਦੇ ਹੋ ਹੁੰਦਾ ਨਹੀਂ ਕਈ ਵਾਰੀ ਜੀ। ਛੱਡ ਕੇ ਮੈਂ ਪੁਲਿਸ ਵਾਸਤੇ ਆਇਆ ਸੀ, ਪਰ ਉਦੋਂ ਬਾਅਦ ਵੱਡਾ ਹੋਰ ਪਲੇਟਫਾਰਮ ਮਿਲ ਗਿਆ। ਤੁਸੀਂ ਪੰਜਾਬ ਲੈਵਲ ਤੇ ਵੀ ਜੇ ਸਰਕਾਰ ਆਉਂਦੀ ਹੈ,
ਮੇਰੀ ਇੱਛਾ ਹੈ ਕਿ ਹਰ ਇੱਕ ਸਕੂਲ ਦੇ ਵਿੱਚ ਗਰਾਊਂਡ ਹੋਊਗਾ। ਸਰਕਾਰ ਤੇ ਅਸੀਂ ਇਸ ਗੱਲ ਦਾ ਦਬਾਅ ਬਣਾਵਾਂਗੇ। ਤੇ ਬਹੁਤ ਸਾਰੀਆਂ ਇਹੋ ਜਿਹੀਆਂ ਗਰਾਊਂਡਾਂ ਜਿਨ੍ਹਾਂ ਤੇ ਕੁਝ ਵੀ ਖਰਚ ਨਹੀਂ ਆਉਂਦਾ। ਜਿਵੇਂ ਖੋ ਖੋ ਹੈ, ਖੋ ਖੋ ਦੇ ਵਿੱਚ ਤੁਸੀਂ 2 ਪੋਲ ਲਾਉਣੇ ਹੋ, ਔਰ ਛੋਟੇ ਬੱਚੇ ਆ, ਖੋ ਖੋ ਹੈ ਜਿਹੜੀ ਹੈਗੀ ਇਹਦਾ ਹੋਰ ਗੇਮਾਂ ਹੈ, ਉਹਨਾਂ ਨੂੰ ਤੁਸੀਂ ਥੋੜੀ ਜਿਹੀ ਜਗ੍ਹਾ ਤੇ ਖੇਡ ਵੀ ਸਕਦੇ ਹੋ। ਔਰ ਵਧੀਆ ਗੇਮ, ਐਕਸਰਸਾਈਜ਼ ਕਰਨ ਵਾਸਤੇ, ਫਿਟਨੈਸ ਵਾਸਤੇ ਬਹੁਤ ਚੰਗੀਆਂ ਗੇਮਾਂ। ਤਾਂ ਇਹ ਦਿਮਾਗ ਦੇ ਵਿੱਚ ਲੈ ਕੇ ਚੱਲੇ ਸੀ ਅਸੀਂ, ਕਿਹੜਾ ਬੱਚਾ ਕਿਹੜੀ ਕਲਾਸ ਤੱਕ ਕਿਹੜੀ ਗੇਮ ਕਰੂਗਾ, ਉਦੋਂ ਅੱਗੇ ਕਿਹੜੀ ਗੇਮ ਚ ਆਊਗਾ, ਅਖੀਰ ਤੇ ਜਾ ਕੇ ਉਹਦਾ ਟੈਲੈਂਟ ਸਰਚ ਕਿਵੇਂ ਕਰਨਾ, ਜਾਂ ਉਹਨੂੰ ਪੜ੍ਹਾਉਣਾ, ਕਿੰਨੇ ਘੰਟੇ ਪੜ੍ਹਾਉਣਾ, ਕਿੰਨੇ ਘੰਟੇ ਉਹਨੂੰ ਖਿਡਾਉਣਾ, ਉਹ ਸਾਰਾ ਅਸੀਂ ਮੈਪ ਬਣਾਇਆ ਸੀ ਜੀ। ਪਰ ਉਸ ਤੋਂ ਬਾਅਦ ਫਿਰ ਜਦੋਂ ਪੋਲੀਟਿਕਸ ਵਾਲੇ ਪਾਸੇ ਤਾਂ ਵੈਸੇ ਆਉਣ ਦਾ ਕੋਈ ਮਨ ਹੈ ਹੀ ਨਹੀਂ ਸੀ ਕਦੇ ਵੀ। ਪਰਿਵਾਰ ਵੱਲੋਂ ਵੀ ਸੀਗਾ ਵੀ ਨਹੀਂ ਪੋਲੀਟਿਕਸ ਨਹੀਂ ਆਉਣਾ, ਤੁਸੀਂ ਸੇਵਾ ਜਿੰਨੀ ਮਰਜ਼ੀ ਕਰੀ ਜਾਓ ਜੀ। ਫਾਦਰ ਸਾਹਿਬ ਆਪ ਪਹਿਲਾਂ ਲਹਿਰ ਦਾ ਹਿੱਸਾ ਰਹੇ, ਜੇਲ੍ਹਾਂ ਵੀ ਕੱਟੀਆਂ ਉਹਨਾਂ ਨੇ, ਪਰ ਉਹ ਲੀਡਰਾਂ ਦੀ ਜਿਹੜੀ ਉਦੋਂ ਵੀ ਲੀਡਰ ਵੀ ਅੱਗੇ ਸੀ, ਪੁਰਾਣੇ ਕਮਿਊਨਿਸਟ ਲਹਿਰ ਦੀ ਗੱਲ ਮੈਂ ਕਰਦਾ ਜੀ। ਪਰ ਉਹਨਾਂ ਨੇ ਅਚਾਨਕ ਇੱਕ ਸਾਰਾ ਆਪਦਾ ਟਰੈਕ ਚੇਂਜ ਕਰਕੇ ਉਹਨਾਂ ਨੇ ਸਾਰੇ ਦਾ ਸਾਰਾ ਧਿਆਨ ਆਪਦਾ ਜਿਹੜਾ ਉਹ ਪਰਿਵਾਰ ਵਾਲੇ ਪਾਸੇ ਨੂੰ ਲਿਆਏ, ਸਾਡੇ ਵਾਲੇ ਪਾਸੇ ਲਿਆਂਦਾ ਉਹਨਾਂ ਨੇ ਵੀ ਬੱਚਿਆਂ ਨੂੰ ਹੁਣ ਪਲੇਅਰ ਬਣਾਇਆ। ਤਾਂ ਉਹ ਇਹ ਨਹੀਂ ਚਾਹੁੰਦੇ ਸੀ। ਮੈਂ ਅੱਜ ਵੀ ਉਹ ਕਈ ਵਾਰੀ ਕਹਿ ਦਿੰਦੇ ਆ ਤੂੰ ਗਲਤ ਜਿਹੜਾ ਹੈ ਗਲਤ ਪਾਸੇ ਚਲਾ ਗਿਆ, ਵੀ ਜਿੰਨੀ ਤੂੰ ਵਧੀਆ ਸੇਵਾ ਕਰ ਸਕਦਾ ਸੀ ਤੇ ਤੂੰ ਹੁਣ ਉਹਦੇ, ਕਿਉਂਕਿ ਮੈਨੂੰ ਵੀ ਲੱਗਦਾ ਕਦੇ ਕਦੇ ਵੀ ਬਹੁਤ ਘਾਟ ਰਹਿ ਜਾਂਦੀ ਹੈ ਕਈ ਕੰਮਾਂ ਦੇ ਵਿੱਚ, ਕਿਉਂਕਿ ਜਿਹੜਾ ਕੰਮ ਮੈਂ ਆਪ ਕਰ ਸਕਦਾ ਸੀ ਉਸ ਹਰ ਇੱਕ ਬੰਦੇ ਤੋਂ ਨਹੀਂ ਹੁੰਦਾ ਜੀ। ਤੇ ਇਸ ਵਾਸਤੇ ਜਦੋਂ ਪੁਲਿਸ ਛੱਡ ਕੇ ਆਏ, ਫਿਰ ਉਹ ਸਾਡੇ ਅਚਾਨਕ ਘਟਨਾ ਵਾਪਰ ਗਈ ਫਰੀਦਕੋਟ ਦੇ ਅੰਦਰ, ਲੜਕੀ ਅਗਵਾ ਹੋਈ ਜਿਹੜੀ, ਉਸਨੇ ਫਿਰ ਸਾਨੂੰ ਹੋਰ ਮਤਲਬ ਇੱਕ ਲਾਈਨ ਦੇ ਵਿੱਚ ਵੱਖਰੇ ਤੌਰ ਤੇ ਲਿਆ ਕੇ ਖੜਾ ਕਰਤਾ ਸੰਘਰਸ਼ ਦੇ ਰੂਪ ਦੇ ਵਿੱਚ ਜੀ। ਉਸ ਤੋਂ ਬਾਅਦ ਫਿਰ ਪਾਰਟੀ ਬਣ ਗਈ, ਅੰਨਾ ਹਜ਼ਾਰੇ ਜੀ ਦੀ ਮੂਵਮੈਂਟ ਆਈ। ਬਸ ਚੱਲਦੇ 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 ਵਗਦੇ ਤੇ ਕਦੋਂ ਪਤਾ ਲੱਗਿਆ ਹੀ ਨਹੀਂ ਵੀ ਕਿਹੜੇ ਵੇਲੇ ਅਸੀਂ ਪਾਰਟੀ ਨੇ ਟਿਕਟ ਦੇਤੀ ਤੇ ਪੋਲਿਟਿਕਸ ਦਾ ਹਿੱਸਾ ਬਣ ਗਏ। ਠੀਕ ਹੈ ਸੇਖੋਂ ਸਾਹਿਬ, ਮੈਨੂੰ ਇੱਕ ਗੱਲ ਜ਼ਰੂਰ ਦੱਸਿਓ, ਤੁਸੀਂ ਪੁਲਿਸ 'ਚ ਰਹੇ ਹੋ, ਸਮਾਜ ਸੇਵਾ ਕਰਦੇ ਰਹੇ ਹੋ ਤੇ ਕਰ ਰਹੇ ਹੋ, ਪੋਲੀਟਿਕਸ 'ਚ ਆਇਆਂ ਨੂੰ 5 ਸਾਲ ਤੋਂ ਉੱਪਰ ਹੋ ਗਏ। ਕਈ ਵਾਰੀ ਦੋਸ਼ ਲੱਗਦੇ ਹੁੰਦੇ ਆ ਬੰਦਿਆਂ ਦੇ ਉੱਤੇ, ਖਾਸ ਤੌਰ 'ਤੇ ਤੁਸੀਂ ਜਿਹੜੇ ਮਹਿਕਮੇ 'ਚ ਨੌਕਰੀ ਕੀਤੀ ਹੈ ਤੇ ਉਹਦੇ ਤੋਂ ਬਾਅਦ ਕਈ ਸਮਾਜ ਸੇਵੀ ਵੀ ਨਿਸ਼ਾਨੇ ਦੇ ਉੱਤੇ ਆ ਜਾਂਦੇ ਆ। ਫਰੀਦਕੋਟ ਦੇ ਪਿੰਡਾਂ ਦੇ ਵਿੱਚ, ਫਰੀਦਕੋਟ ਦੇ ਸ਼ਹਿਰ ਦੇ ਵਿੱਚ ਜੇ ਅਸੀਂ ਗੇੜਾ ਦੇ ਕੇ ਦੇਖੀਏ ਤਾਂ ਕੋਈ ਬੰਦਾ ਉਂਗਲ ਤਾਂ ਨਹੀਂ ਚੱਕੂਗਾ ਕਿ ਭਾਈ ਪੁਲਿਸ ਮਹਿਕਮੇ ਦੇ ਵਿੱਚ ਰਹਿੰਦੇ ਆ ਜਾਂ ਬਾਅਦ ਵਿੱਚ ਸਮਾਜ ਸੇਵਾ ਕਰਦੇ ਆ, ਗੁਰਦਿੱਤ ਸਿੰਘ ਸੇਖੋਂ ਨੇ ਕੋਈ ਚੀਜ਼ ਗੁੱਛੀ ਕਰਕੇ ਜੇਬ 'ਚ ਪਾ ਲਈ ਹੋ। ਗੱਲ ਇਹ ਜੀ, ਮੇਰੇ ਜਿੰਨੇ ਵੀ ਬੰਦੇ ਸਾਥੀ ਅੱਜ ਤੱਕ ਹਲੇ ਵੀ ਬਹੁਤ ਸਾਰੇ ਬੰਦੇ, ਕਿਉਂਕਿ ਮੈਂ 2011 ਦੇ ਵਿੱਚ ਹੀ ਛੱਡ ਕੇ ਆਇਆ ਨੌਕਰੀ, ਬਹੁਤਾ ਲੰਮਾ ਸਮਾਂ, ਬਹੁਤ ਸਾਰੇ ਜੇਲ੍ਹਾਂ 'ਚ ਵੀ ਬੈਠਿਆ, ਮੈਨੂੰ ਜੇਲ੍ਹਾਂ 'ਚ ਵੀ ਫੋਨ ਆਉਂਦੇ ਬੰਦਿਆਂ ਦੇ, ਕਿਉਂਕਿ ਜਿਹੜਾ ਵੀ ਬੰਦਾ ਮੇਰੇ ਕੋਲ ਆਉਂਦਾ ਸੀ ਮੇਰੀ ਇੱਛਾ ਇਹ ਹੁੰਦੀ ਸੀ ਯਾਰ ਵੀ ਮੈਂ ਕਿਸੇ ਦੇ ਕੰਮ ਆਵਾਂ, ਕਿਸੇ ਦਾ ਭਲਾ ਕਰਾਂ, ਕਿਸੇ ਗਰੀਬ ਦੀ ਜਿਹੜਾ ਕੋਈ ਨਹੀਂ ਸੁਣਦਾ ਸੀਗਾ। ਉਹ ਕਈ ਵਾਰੀ ਇਹ ਆਉਂਦੇ ਸੀ, ਕਿਉਂਕਿ ਉਦੋਂ ਸਾਨੂੰ ਸਾਰੇ ਗੇਮਾਂ ਨੂੰ ਭਲਵਾਨ ਹੀ ਕਹਿੰਦੇ ਹੁੰਦੇ ਆ ਵੀ ਭਲਵਾਨ ਕੋਲੇ ਜਾ ਵੜੋ ਕੰਮ ਇਹ ਕਰ ਦੂਗਾ। ਮਹਿਕਮੇ 'ਚ ਵੀ ਐ ਹੁੰਦਾ ਸੀ ਜਿਹੜੀ ਕਿਸੇ ਦੀ ਕੋਈ ਅਫਸਰ ਨਹੀਂ ਸੁਣਦਾ ਜਾਂ ਕੋਈ ਹੋਰ ਕੋਈ ਸਮੱਸਿਆ ਸੀ, ਕਿਸੇ ਦੇ ਕਿਤੇ ਕੋਈ ਗਵਾਹੀ ਪਾਉਣੀ ਜਾਂ ਕੁਛ ਕਰਨੀ, ਜੇ ਕੋਈ ਨਹੀਂ ਆਉਂਦਾ ਸੀ ਤਾਂ ਉਹਨੇ ਕਹਿਣਾ ਭਲਵਾਨ ਤੋਂ ਪਵਾ ਲਓ, ਇਹ ਕੰਮ ਕਰ ਦੂਗਾ, ਉਹਨੇ ਤਾਂ ਪਾ ਹੀ ਦੇਣੀ। ਤਾਂ ਮੈਂ ਆਮ ਲੋਕਾਂ ਦੇ ਵੀ ਜਿੱਥੇ ਵੀ ਹੁੰਦੇ ਸੀ, ਔਰ ਇੱਕ ਸ਼ਖਸੀਅਤ ਬਣ ਗਈ। ਤੁਸੀਂ ਇਹ ਵੇਖੋ ਜੀ, ਮੈਂ ਇੱਕ ਵੀ ਜਿਹੜਾ 21 ਸਾਲ 4 ਮਹੀਨੇ ਦੀ ਨੌਕਰੀ 'ਚ ਮੈਂ ਕੋਰਟ ਦੇ ਵਿੱਚ ਕਿਸੇ ਬੰਦੇ ਤੇ ਗਵਾਹੀ ਨਹੀਂ ਦਿੱਤੀ। ਮੈਂ ਕੋਰਟ 'ਚ ਕਿਸੇ ਬੰਦੇ ਤੇ ਗਵਾਹੀ ਨਹੀਂ ਦਿੱਤੀ। ਮੈਂ ਕਿਹਾ ਵੀ 100% ਸਹੀ ਹੋਊਗੀ ਤਾਂ ਮੈਂ ਉੱਥੇ ਸਾਈਨ ਕਰੂੰਗਾ, ਤੇ ਨਹੀਂ ਮੈਂ ਕਿਸੇ ਤੇ ਝੂਠੀ ਗਵਾਹੀ ਨਹੀਂ ਦੇਣੀ। ਮਹਿਕਮੇ ਦੇ ਅੰਦਰ ਲੋਕਾਂ ਨੂੰ ਪਤਾ ਸੀ, ਮੈਨੂੰ ਕਹਿੰਦੇ ਵੀ ਨਹੀਂ ਸੀ ਵੀ ਯਾਰ ਇਹਨੇ ਗਲਤ ਜਗ੍ਹਾ ਤੇ ਸਾਈਨ ਕਰਨੇਗੇ, ਇਹ ਤੋਂ ਗਲਤ ਜਗ੍ਹਾ ਤੇ ਕਰਵਾਉਗਾ। ਕਈ ਵਾਰੀ ਉਹ ਜਿਹੇ ਕੰਮ ਹੁੰਦੇ, ਉਲਝੇ ਹੁੰਦੇ ਸੀ, ਉਹ ਅਸੀਂ ਸੁਲਝਾਉਂਦੇ ਰਹੇ ਹਾਂ। ਤਾਂ ਜਿਹਦੇ ਵੀ ਕੰਮ ਆਏ ਆ ਉਹ ਲੋਕ ਅੱਜ ਤੱਕ ਯਾਦ ਕਰਦੇ ਆ। ਜਿਹਦੀ ਕੋਈ ਬਾਂਹ ਨਹੀਂ ਫੜਦਾ ਸੀ, ਉਦੋਂ ਮਹਿਕਮੇ ਦੇ ਅੰਦਰ ਹੁੰਦਿਆਂ ਵੀ ਬਾਂਹ ਫੜਦੇ ਰਹੇ। ਤਾਂ ਸਮਾਜ ਸੇਵਾ 'ਚ ਆਏ ਆ, ਸ਼ੁਰੂ ਆਪਦੇ ਤੋਂ ਕਰੀਦਾ। ਕੋਈ ਵੀ ਕੰਮ ਜਦੋਂ ਕਰਨਾ ਹੋਵੇ ਉਹ ਪਹਿਲਾਂ ਆਪਦੇ ਤੋਂ ਸ਼ੁਰੂ ਕਰੀਦਾ, ਯਾਰ ਵੀ ਆਪਾਂ ਕਿੰਨਾ ਕੁ ਯੋਗਦਾਨ ਪਾ ਸਕਦੇ, ਫਿਰ ਲੋਕਾਂ ਨੂੰ ਬੇਨਤੀ ਕਰੀਦੀ ਜੀ। ਕਰੋਨਾ ਦੇ ਦੌਰਾਨ ਇਸ ਗੱਲ ਦੀ ਕੋਈ ਵਡਿਆਈ ਨਹੀਂ, ਪ੍ਰਮਾਤਮਾ ਨੇ ਜੇ ਦਿੱਤਾ, ਜੇ ਉਹ ਕਿਸੇ ਦੇ ਕੰਮ ਆ ਜੇ, ਜਿੰਨਾ ਕੁ ਮੇਰੀ 12-13 ਹਜ਼ਾਰ ਰੁਪਈਆ ਪੈਨਸ਼ਨ ਹੈ, ਤਾਂ ਮੇਰੀ 2 ਰੋਟੀਆਂ ਸਵੇਰ ਦੀ ਖੁਰਾਕ ਹੈ ਜੀ, 2 ਰੋਟੀਆਂ ਸ਼ਾਮ ਦੀ। ਮੈਂ 2 ਸਵੇਰੇ ਖਾ ਕੇ ਘਰੋਂ ਨਿਕਲਦਾ, 2 ਸ਼ਾਮ ਨੂੰ ਆ ਕੇ ਖਾਣੀਆਂ। ਤਾਂ ਮੈਂ ਕਦੇ ਸੋਚਿਆ ਨਹੀਂ ਲੋਕੋ ਪੈਸੇ ਜੋੜਨੇ ਕਾਹਦੇ ਵਾਸਤੇ, ਜਿੰਨੀ ਜੋਗੀ ਗੁਜ਼ਾਰੇ ਜੋਗੀ ਜ਼ਮੀਨ ਵੀ ਹੈਗੀ ਆ। ਤਾਂ ਮਤਲਬ ਕਿ ਇਹ ਆ ਵੀ ਅੱਜ ਵੀ ਆਪਦੇ ਤੋਂ ਸ਼ੁਰੂ ਕਰੀਦਾ, ਵੀ ਪਹਿਲਾਂ ਆਪਦੇ ਕੋਲ ਪਾਓ ਕੀ ਪਾਉਣਾ, ਫਿਰ ਉਸ ਤੋਂ ਬਾਅਦ ਆਪਦਿਆਂ ਤੋਂ ਜੇ ਕਿਸੇ ਹੁੰਦਾ ਵੀ ਆਪਦੇ ਜਿੰਨੇ ਸੱਜਣ ਮਿੱਤਰ ਸਾਰਿਆਂ ਤੋਂ ਲੈਂਦਾ, ਫਿਰ ਲੋਕਾਂ ਨੂੰ ਖੁੱਲਾ ਸੱਦਾ ਦੇਈਦਾ। ਕਿਸਾਨ ਅੰਦੋਲਨ ਦੇ ਦੌਰਾਨ ਸਾਡੇ 12 ਗੇੜੇ ਅਸੀਂ ਦਿੱਲੀ ਲਾਏ ਆ, ਸਾਡੀ ਟੀਮ ਨੇ ਸਾਰੀ ਜੀ, ਜਿਹਦੇ 'ਚ ਪਹਿਲਾਂ ਸੀਗਾ ਅਸੀਂ ਸ਼ੁਰੂ ਲੱਕੜਾਂ ਤੋਂ ਕੀਤਾ ਸੀਗਾ। ਲੱਕੜਾਂ ਦੇ ਟਰੱਕ ਲੈ ਕੇ ਜਾਂਦੇ ਸੀ ਇੱਥੋਂ,
ਉਸ ਤੋਂ ਬਾਅਦ ਫਿਰ ਲੱਕੜਾਂ ਸਾਰੇ ਲਿਜਾਣ ਲੱਗ ਗਏ। ਫਿਰ ਅਸੀਂ ਉੱਥੇ ਤਰਪਾਲਾਂ, ਹੋਰ ਦੂਜਾ ਸਮਾਨ, ਰਜਾਈਆਂ, ਬਿਸਤਰੇ, ਗਦੈਲੇ, ਜੋ ਵੀ ਚੀਜ਼ ਸੀ। ਫਿਰ ਹੌਲੀ ਹੌਲੀ ਫਿਰ ਅਸੀਂ ਪਾਣੀ ਦੀ ਸ਼ੁਰੂ ਕੀਤੀ ਸੇਵਾ, ਫਿਰ ਅਚਾਰ ਦੀ ਸੇਵਾ ਸ਼ੁਰੂ ਕੀਤੀ, ਜਿਹੜੀ ਅਖੀਰ ਤੱਕ ਫਿਰ ਚੱਲਦੀ ਰਹੀ ਜੀ। ਅਚਾਰ ਦੀ ਲੋਕੀ ਬਹੁਤ ਸੇਵਾ ਨਹੀਂ ਸੀ ਕਰਦੇ। ਅਸੀਂ ਜਿੰਨਾ ਸਾਡੇ ਕੋਲ ਅਚਾਰ ਬਣਾ ਸਕਦੇ ਸੀ 1 ਮਹੀਨੇ 'ਚ, ਅਸੀਂ ਬਣਾਉਂਦੇ ਸੀ। ਤੇ ਉੱਥੇ ਜਾ ਕੇ ਹਰ ਇੱਕ ਟਰਾਲੀ ਦੇ ਉੱਤੇ ਜਾ ਕੇ ਕਮਿਊਨਿਟੀ ਬੂਸਟਰ ਅਸੀਂ ਵੰਡਿਆ, ਦਵਾਈਆਂ ਬਹੁਤ ਵੰਡੀਆਂ, ਲੱਖਾਂ ਦੀ ਤਾਦਾਦ 'ਚ ਅਸੀਂ ਡੋਜ਼ਾਂ ਬਣਾ ਕੇ ਉੱਥੇ ਵੰਡ ਕੇ ਆਉਂਦੇ ਸੀ। ਅੱਖਾਂ 'ਚ ਪਾਉਣ ਵਾਲੀ ਦਵਾਈ ਤਿਆਰ ਕਰ ਕਰਕੇ ਵੀ ਜਿਹੜਾ ਵੀ ਅਸੀਂ ਕੁਛ ਕਰ ਸਕਦੇ ਸੀ। ਪਰ ਉਹ 'ਚ ਸਭ ਤੋਂ ਪਹਿਲਾਂ ਆਪਦੇ 'ਚ ਵੇਖੀਦਾ ਸੀ, ਆਪਦੀ ਜੇਬ 'ਚ ਹੱਥ ਮਾਰ ਕੇ ਵੀ ਆਪਦੇ ਕੋਲ ਕਿੰਨਾ ਕਰ ਜੀ ਦੇਣ ਨੂੰ ਲੋਕ ਬੜੇ ਤਿਆਰ ਸੀ। ਔਰ ਸਾਰੇ ਬੰਦਿਆਂ ਨੂੰ ਪਤਾ ਮੇਰਾ ਜਿਹੜਾ ਉਹ ਜੇ ਮੈਂ ਕਿਸੇ ਤੋਂ ਦਾਨ ਵੀ ਲੈਣਾ, ਉਹ ਦਾਨ ਲੈਣ ਦਾ ਮੇਰਾ ਇੱਕ ਵੱਖਰਾ ਤਰੀਕਾ ਹੈ। ਜੇ ਕੋਈ ਬੰਦਾ ਕਹਿੰਦਾ ਮੈਂ ਦਵਾਈਆਂ ਵਾਸਤੇ ਦੇਣੇ ਆ, ਤਾਂ ਮੈਂ ਪੈਸੇ ਫੜਨ ਦੀ ਬਜਾਏ ਉਹਨੂੰ ਮਰੀਜ਼ ਦੇ ਦਿੰਦਾ ਵੀ ਆਹ ਮਰੀਜ਼ ਆ ਭਾਈ, ਤੇ ਤੁਸੀਂ ਇਹਦਾ ਇਲਾਜ ਕਰਾ ਦਿਓ ਜੀ। ਜਦੋਂ ਜਾਣਾ ਸੀ, ਕੋਈ ਆਉਂਦਾ ਸੀ ਮੈਂ ਇੰਨੇ ਪੈਸੇ ਦੇਣੇ, ਉਹਨੂੰ ਕਹਿੰਦੇ ਸੀ ਸਾਨੂੰ ਆਹ ਚੀਜ਼ ਚਾਹੀਦੀ ਹੈ, ਵੀ ਸਾਨੂੰ ਸੁੱਕੇ ਦੁੱਧ ਦੀ ਲੋੜ ਆ, ਸਾਨੂੰ ਸੁੱਕਾ ਦੁੱਧ ਲੈ ਦਿਓ, ਜਾਂ ਸਾਨੂੰ ਸਕੈਸ਼ ਦੀ ਲੋੜ ਆ, ਸਾਨੂੰ ਸਕੈਸ਼ ਲੈ ਦਿਓ, ਸਾਨੂੰ ਚਾਹ ਪੱਤੀ ਦੀ ਲੋੜ ਆ। ਅਸੀਂ ਜਿੰਨੇ ਸਾਡੇ ਦਾਨੀ ਸੱਜਣਾ ਉਹਨੂੰ ਸਭ ਨੂੰ ਪਤਾ ਹੈ, ਅਸੀਂ ਕਦੇ ਵੀ ਬਹੁਤੀ ਕੋਸ਼ਿਸ਼ ਹੁੰਦੀ ਹੈ ਅਸੀਂ ਕਿਸੇ ਤੋਂ ਕੈਸ਼ ਨਹੀਂ ਫੜਦੇ। ਪਰ ਜਿਹੜਾ ਕੋਈ ਬਾਹਲਾ ਨਿੱਜੀ, ਉਹਨੂੰ ਪਤਾ ਵੀ ਜਿਹੜਾ ਹੈਗਾ ਵੀ ਮੇਰੇ ਜਿਹੜਾ ਕੈਸ਼ ਹੈ, ਤਾਂ ਉਹ ਫਿਰ ਅਸੀਂ ਗੁਰੂ ਘਰ ਦੇ ਵਿੱਚ ਆਪਦੀ ਪਹਿਲਾਂ ਉਹਨੂੰ ਰਸੀਦ ਕੱਟ ਕੇ ਦਿੰਦੇ ਹਾਂ, ਤੇ ਫਿਰ ਅਸੀਂ ਉਹ ਪੈਸੇ ਉਹ ਤੋਂ ਪ੍ਰਾਪਤ ਕਰਦੇ, ਜਿਹੜਾ ਸਾਨੂੰ ਨਗਦ ਵੀ ਪੈਸੇ ਦੇ ਕੇ ਜਾਂਦੇ। ਤਾਂ ਕੋਸ਼ਿਸ਼ ਕਰੀਦੀ ਹੈ ਆਪਦੇ ਆਪ ਨੂੰ ਬਚਾ ਕੇ ਰੱਖੀਏ, ਕਿਉਂਕਿ ਜਿਹੜੇ ਆ ਉਹ ਕਹਿਣ ਨੂੰ ਤਾਂ ਲੋਕ ਜਿਹੜੇ ਹੈਗੇ ਉਹ ਕਿਸੇ ਬਾਬੇ ਨਾਨਕ ਨੂੰ ਮਾੜਾ ਕਹੀ ਜਾਂਦੇ ਆ, ਪਰ ਆਪਦੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਕੁ ਕਰਨਾ ਸਾਫ਼ ਸੁਥਰਾ ਕਰੀਏ ਤਾਂ ਕਿ ਲੋਕਾਂ ਦਾ ਵਿਸ਼ਵਾਸ ਸਾਡੇ ਤੇ ਬਣੇ। ਠੀਕ ਹੈ ਜੀ। ਗੁਰਦੇਵ ਸਿੰਘ ਸੇਖੋਂ ਜੀ, ਮੈਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਵਾਰੀ ਇਹ ਦੱਸਦੇ ਹਾਂ ਕਿ ਸਾਡੀ ਗੱਲਬਾਤ ਇਸ ਵੇਲੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਮੀਦਵਾਰ ਗੁਰਦੇਵ ਸਿੰਘ ਸੇਖੋਂ ਹੋਰਾਂ ਦੇ ਨਾਲ ਹੋ ਰਹੀ ਹੈ। ਬਹੁਤ ਵਾਰ ਪਹਿਲਾਂ ਵੀ ਇਹਨਾਂ ਦੇ ਨਾਲ ਚਰਚਾ ਹੋਈ, ਲਗਾਤਾਰ ਦੂਸਰੀ ਵਾਰ ਦੇ ਉਮੀਦਵਾਰ ਨੇ। ਪਿਛਲੀ ਵਾਰ ਜਿੱਤ ਹਾਸਲ ਨਹੀਂ ਸੀ ਕਰ ਸਕੇ, ਵੋਟਾਂ ਚੰਗੀਆਂ ਪਈਆਂ ਸੀ। ਆਮ ਆਦਮੀ ਪਾਰਟੀ ਨੇ ਦੂਸਰੀ ਵਾਰੀ ਉਮੀਦਵਾਰੀ ਦਿੱਤੀ ਹੈ, ਜ਼ਿਲ੍ਹੇ ਦੀ ਪ੍ਰਧਾਨਗੀ ਵੀ ਪਿਛਲੇ ਸਮੇਂ 'ਚ ਦਿੱਤੀ ਸੀ। ਹੁਣ ਸੇਖੋਂ ਸਾਹਿਬ ਆਪਾਂ ਆਉਨੇ ਆ ਖੰਡ ਮਿੱਲ ਵੱਲ, ਕਿਉਂਕਿ ਇੰਡਸਟਰੀ ਬਹੁਤ ਜ਼ਰੂਰੀ ਹੈ ਲੱਗਣੀ। ਦਾਅਵੇ ਬਾਰ-ਬਾਰ ਕੀਤੇ ਜਾ ਰਿਹਾ ਕਿ ਉਦਯੋਗ ਚਾਹੀਦਾ ਜੀ, ਖੇਤੀਬਾੜੀ ਦੇ ਉੱਤੇ ਹੁਣ ਉਨਾ ਰੁਜ਼ਗਾਰ ਦਾ ਬੋਝ ਨਹੀਂ ਪਾਇਆ ਜਾ ਸਕਦਾ। ਤੁਹਾਡੇ ਕੋਲੇ ਤਾਂ ਖੰਡ ਮਿੱਲ ਸੀ, ਉਹ ਕਿੱਥੇ ਹੈ ਜੀ ਹੁਣ? ਕਿੰਨੀ ਕੁ ਚੱਲਦੀ ਹੈ? ਕਿੰਨੀਆਂ ਕੁ ਟਰਾਲੀਆਂ ਦੀਆਂ ਰੌਣਕਾਂ ਲੱਗਦੀਆਂ? ਜੇ ਨਹੀਂ ਚੱਲ ਰਹੀ ਤਾਂ ਉਹਦੇ ਪਿੱਛੇ ਕਾਰਨ ਕੀ ਹੈ? ਜੇ ਉਹਦੇ ਵਿੱਚ ਕੋਈ ਕਮਜ਼ੋਰੀ ਆਈ ਸੀ ਤਾਂ ਇੱਕ ਸਮਾਜ ਸੇਵੀ ਹੁੰਦਿਆਂ ਜਾਂ ਇੱਕ ਸਿਆਸਤਦਾਨ ਹੁੰਦਿਆਂ, ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਗੁਰਦੇਵ ਸਿੰਘ ਸੇਖੋਂ ਤੇ ਸਾਥੀਆਂ ਨੇ ਕੀਤਾ ਕੀ? ਅਸਲ ਦੇ ਵਿੱਚ ਜਿਹੜੀ ਫਰੀਦਕੋਟ ਦੀ ਖੰਡ ਮਿੱਲ ਸੀ, ਅਸਲ ਕੱਲੀ ਫਰੀਦਕੋਟ ਨਹੀਂ, ਪੰਜਾਬ ਦੇ ਅੰਦਰ 13 ਸਹਿਕਾਰੀ ਖੰਡ ਮਿੱਲਾਂ ਚੱਲਦੀਆਂ ਸੀ, ਜਿਨ੍ਹਾਂ ਨੂੰ ਸਿਆਸੀ ਬੰਦਿਆਂ ਨੇ ਆਪਦੇ ਚੇਅਰਮੈਨ ਲਾ ਕੇ, ਆਪਦੇ MD ਲਾ ਕੇ ਪਹਿਲਾਂ ਤਾਂ ਉਹਨਾਂ ਦੇ ਵਿੱਚ ਭ੍ਰਿਸ਼ਟਾਚਾਰ ਪੈਦਾ ਕੀਤਾ। ਤੁਸੀਂ ਹੈਰਾਨ ਹੋਵੋਗੇ ਜੀ ਵੀ ਫਰੀਦਕੋਟ ਦੇ ਲੋਕਾਂ ਨੇ ਇੰਨਾ ਗੰਨਾ ਪੈਦਾ ਕਰਤਾ ਕਿ ਉਹਨਾਂ ਤੋਂ ਮਈ ਤੱਕ ਵੀ ਪੀੜਿਆ ਨਹੀਂ ਗਿਆ। ਐਡੀ ਵੱਡੀ ਸ਼ੂਗਰ ਮਿਲ ਸੀ ਸਾਡੀ, ਉਹਦੇ ਤੋਂ ਮਈ ਤੱਕ ਵੀ ਗੰਨਾ ਨਹੀਂ ਪੀੜਿਆ ਗਿਆ। ਇੰਨੀ ਸਾਡੀ ਜਿਹੜੀ ਧਰਤੀ ਉਹ ਗੰਨੇ ਨੂੰ ਮੰਨਦੀ ਸੀ। ਪਰ ਹੋਇਆ ਕੀ ਵੀ ਸਾਰੀ ਖੰਡ ਸਟੋਰ ਕਰਕੇ ਰੱਖ ਲਈ। 2 ਸਾਲ ਖੰਡ ਹੀ ਨਹੀਂ ਦਿੱਤੀ ਕਿਸੇ ਨੂੰ, ਸਰਕਾਰੀ ਕੋਟਾ ਹੀ ਨਹੀਂ ਮਿਲਿਆ। ਫਿਰ ਉਹ ਖੰਡ ਦਾ ਜਿਹੜਾ ਕਲਰ ਡੈਮੇਜ ਹੋ ਗਿਆ, ਉਹ ਸਸਤੇ ਭਾਅ ਵਿੱਚ ਹੀ ਜਿਹੜੀ ਲਿਮਟ ਚੱਕੀ ਸੀ, ਉਹ ਲਿਮਟ ਦਾ ਵਿਆਜ ਪੈ ਗਿਆ। ਖੰਡ ਮਿੱਲ ਚਾਲੂ ਜਦੋਂ ਫਿਰ ਵੀ ਇੰਨੀ ਇਹਨੇ ਖੰਡ ਤਿਆਰ ਕੀਤੀ ਸੀ, ਨਫੇ ਦੇ ਵਿੱਚ ਸੀ, ਪਰ ਬੇਈਮਾਨ ਨੇ ਕੀ ਕੀਤਾ ਵੀ ਉਹਨੂੰ ਘਾਟੇ 'ਚ ਸ਼ੋਅ ਕਰਕੇ ਬੰਦ ਕਰਤਾ। ਤਾਂ ਹੁਣ ਜਿਹੜੀ ਅੱਜ ਖੰਡ ਮਿੱਲ ਦੀ ਸਥਿਤੀ ਇਹ ਹੈ ਜੀ ਵੀ ਕਾਲੀ ਸਰਕਾਰ ਨੇ ਇਹ ਖੰਡ ਮਿੱਲ ਬੰਦ ਕਰਨ ਦਾ ਫੈਸਲਾ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਖੜੇ ਹੋ ਕੇ ਵਾਅਦਾ ਕੀਤਾ ਸੀ ਲੋਕਾਂ ਨਾਲ ਕਿ ਜਦੋਂ ਸਰਕਾਰ ਸਾਡੀ ਬਣ ਗਈ, ਉਦੋਂ ਉਸ ਟਾਈਮ ਤੇ ਕਿੱਕੀ ਢਿੱਲੋਂ ਹਾਜ਼ਰ ਸੀ, ਕਿਉਂਕਿ ਉੱਥੇ ਹੈਲੀਪੈਡ ਬਣਿਆ ਸੀ। ਕੈਪਟਨ ਅਮਰਿੰਦਰ ਸਿੰਘ ਉਹਦੇ ਪ੍ਰਚਾਰ ਵਾਸਤੇ ਆਇਆ ਸੀ। ਉੱਥੇ ਖੜ ਕੇ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਇਹ ਖੰਡ ਮਿੱਲ ਚਾਲੂ ਕਰਾਂਗੇ। ਜਦੋਂ ਖੰਡ ਮਿੱਲ ਨੇ ਪੱਟਣੀ ਸ਼ੁਰੂ ਕੀਤੀ ਤਾਂ ਮੈਂ ਮਰਨ ਵਰਤ ਰੱਖਿਆ। ਪਹਿਲਾਂ ਉਹ ਧਰਨਾ ਲੱਗਦਾ ਰਿਹਾ ਕਿ ਉਹ ਧਰਨੇ ਨਹੀਂ ਮੰਨੇ, ਤਾਂ ਫਿਰ ਮਰਨ ਵਰਤ ਰੱਖਿਆ। ਮਰਨ ਵਰਤ ਦੌਰਾਨ ਵੀ 8 ਕਿਲੋ ਜਿਹੜਾ 8.5 ਕਿਲੋ ਭਾਰ ਮੇਰਾ ਉੱਥੇ ਘਟ ਗਿਆ ਸੀ। ਪਰ ਫਿਰ ਕੀ ਹੋਇਆ, ਮਿਨਿਸਟਰ ਆਏ ਇਹਨਾਂ ਦੇ ਆਪਣੇ ਬ੍ਰਹਮਿੰਦਰਾ ਜੀ, ਉਹਨਾਂ ਨੇ ਆ ਕੇ ਵਾਅਦਾ ਕੀਤਾ ਪ੍ਰੈਸ ਦੇ ਸਾਹਮਣੇ ਕਿ ਤੁਸੀਂ ਮਰਨ ਵਰਤ ਖਤਮ ਕਰ ਦਿਓ ਜੀ, ਅਸੀਂ ਇਸ ਖੰਡ ਮਿੱਲ ਨੂੰ ਇੱਥੇ ਨਵੀਂ ਖੰਡ ਮਿੱਲ ਲਾਵਾਂਗੇ ਤੇ ਇਸ ਖੰਡ ਮਿੱਲ ਦਾ ਜਿਹੜਾ ਹੈਗਾ ਜਿੰਨਾ ਕੁ ਤਬਦੀਲੀ ਕਰਨ ਦੀ ਲੋੜ ਹੈ ਉਹ ਅਸੀਂ ਤਬਦੀਲ ਕਰ ਦਿਆਂਗੇ, ਬਾਕੀ ਅਸੀਂ ਖੰਡ ਮਿੱਲ ਇੱਥੇ ਚਾਲੂ ਕਰ ਦਿਆਂਗੇ। ਪਰ ਬੇਈਮਾਨ ਧੋਖਾ ਕਰਕੇ ਫਿਰ ਉਹਦੀ ਜਗ੍ਹਾ ਵੇਚਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਅਸੀਂ ਇਸ ਗੱਲ ਤੇ ਅੜੇ ਰਹੇ, ਚੱਲ ਤੁਸੀਂ ਮਿੱਲ ਦਾ ਸਮਾਨ ਪੱਟ ਲਿਆ, 100 ਕਰੋੜ ਰੁਪਈਆ ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ ਹੁੰਦੀ। ਅਸੀਂ 100 ਕਰੋੜ ਰੁਪਈਆ ਲਾ ਕੇ ਜਦੋਂ ਸਾਡੀ ਆਪਦੀ ਸਰਕਾਰ ਆ ਗਈ,
ਅਸੀਂ ਇੱਥੇ ਖੰਡ ਮਿਲ ਨਵੀਂ ਬਣਾਵਾਂਗੇ। ਔਰ ਲੋਕਾਂ ਨੇ ਅੱਜ ਵੀ ਵਾਅਦਾ ਕੀਤਾ, ਭਾਵੇਂ ਕਿਤੋਂ 100 ਕਰੋੜ ਰੁਪਈਆ ਲੈ ਕੇ ਆਈਏ, ਚਾਹੇ ਸਹਿਕਾਰੀ ਲਾਈਏ, ਚਾਹੇ NRIs ਨੂੰ ਲੈ ਕੇ ਆਈਏ, ਕਿਤੋਂ ਵੀ ਲੈ ਕੇ ਆਈਏ। ਸਾਡੇ ਕੋਲੇ 125 ਏਕੜ ਜਗ੍ਹਾ ਅਸੀਂ ਬਚਾ ਕੇ ਰੱਖੀ ਹੈ। ਉਹ ਜੋ ਦਰਖਤ ਪੱਟ ਕੇ ਪੁੱਡਾ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਉਹ ਲੜਾਈ ਲੜੀ, ਹਾਈ ਕੋਰਟ ਤੱਕ ਪਹੁੰਚ ਹੋਈ, ਤਾਂ ਉਸ ਤੋਂ ਬਾਅਦ ਉਹ ਜਿਹੜੀ ਉਹ ਜ਼ਮੀਨ ਅਸੀਂ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ। ਫਿਰ ਜਿਹੜੀ ਹੈਗੀ ਆ BSc ਐਗਰੀਕਲਚਰ ਫਰੀਦਕੋਟ ਦੇ ਵਿੱਚ ਸੀਗੀ, ਉਹ ਇਹਨਾਂ ਨੇ ਬੰਦ ਕੀਤੀ, ਉਹਦੀ ਲੜਾਈ ਲੜੀ, ਧਰਨਿਆਂ ਤੇ ਬੈਠੇ, ਹੋਰ ਉਹਨਾਂ ਦਾ ਸਾਥ ਦਿੱਤਾ, ਮੁਜ਼ਾਹਰੇ ਕੀਤੇ। ਪਰ ਰੌਲਾ ਕੀ ਹੈ ਵੀ ਕਾਰਪੋਰੇਟ ਨਹੀਂ ਚਾਹੁੰਦਾ ਕਿ ਆਮ ਸਧਾਰਨ ਘਰਾਂ ਦੇ ਬੱਚੇ ਪੜ੍ਹ ਜਾਣ, ਔਰ ਪੜ੍ਹ ਕੇ ਉਹ ਨਵੀਆਂ ਖੋਜਾਂ ਕਰਕੇ ਆਪਦੇ ਜਿਹੜਾ ਕਿਸਾਨ ਭਾਈਚਾਰੇ ਨੂੰ ਜਿਹੜਾ ਹੈਗਾ ਉਹ ਕਾਮਯਾਬ ਕਰ ਦੇਣ। ਔਰ ਤੀਜੀ ਫਰੀਦਕੋਟ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਾਰ ਪਈ ਹੈ, ਉਹ 1250 ਏਕੜ ਜ਼ਮੀਨ ਮਹਾਰਾਜਾ ਸਾਹਿਬ ਨੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਦਿੱਤੀ ਹੋਈ ਸੀ ਜੀ, ਖੋਜ ਕਰਨ ਵਾਸਤੇ। ਔਰ ਠੇਕਾ ਕੀ ਸੀ? ਸਿਰਫ 1000 ਰੁਪਇਆ। ਔਰ ਇੱਕੋ ਟਾਕਾ ਸਾਰਾ ਜਿਹੜਾ 1250 ਏਕੜ ਜ਼ਮੀਨ ਦਾ, ਉਹਦੇ ਵਿੱਚ ਦੀ ਕੱਸੀ ਲੰਘਦੀ ਹੈ, ਪੂਰੀ ਦੀ ਪੂਰੀ ਕੱਸੀ ਲੰਘਦੀ ਉਹਦੇ ਵਿੱਚ ਦੀ। ਇਹ ਇੰਨਾ ਵਧੀਆ ਲੋਕੇਸ਼ਨ ਹੈ, ਇੰਨੀ ਪੱਕੀ ਜ਼ਮੀਨ ਹੈ। ਉਹ ਐਗਰੀਕਲਚਰ ਯੂਨੀਵਰਸਿਟੀ ਵਾਲਿਆਂ ਨੇ ਵੀ ਇਸ ਸਾਲ ਛੱਡ ਦਿੱਤੀ, ਅਸੀਂ ਉਹਦੇ ਤੇ ਵੀ ਰੌਲਾ ਪਾਇਆ। ਹੁਣ ਅਸੀਂ ਇਸੇ ਦੇ ਉੱਤੇ, ਔਰ ਤੁਸੀਂ ਇਹ ਦੇਖੋ ਐਗਰੀਕਲਚਰ ਯੂਨੀਵਰਸਿਟੀ ਦਾ ਹਾਲੇ ਤੱਕ ਵਾਈਸ ਚਾਂਸਲਰ ਹੈ ਨਹੀਂ। ਪਿਛਲੇ 6-7 ਮਹੀਨਿਆਂ ਤੋਂ ਬਿਨਾਂ VC ਤੋਂ ਯੂਨੀਵਰਸਿਟੀ ਚੱਲ ਰਹੀ ਹੈ, ਤੇ ਸਾਡੀ ਸਟੇਟ ਆ ਜਿਹੜੀ ਉਹ ਐਗਰੀਕਲਚਰ ਸਟੇਟ। ਤਾਂ ਇਹਨਾਂ ਸਰਕਾਰਾਂ ਦਾ ਐਗਰੀਕਲਚਰ ਵਾਲੇ ਪਾਸੇ ਜਾਂ ਖੇਤੀ ਨੂੰ ਬਚਾਉਣ ਵਾਲੇ ਪਾਸੇ ਤਾਂ ਕਿਸੇ ਦਾ ਧਿਆਨ ਹੀ ਨਹੀਂ। ਜੋ ਪ੍ਰਾਈਵੇਟ ਜਿਹੜੀ ਚੀਜ਼ ਤਿਆਰ ਕਰਕੇ ਲੋਕਾਂ ਨੂੰ ਦੇਈ ਜਾਂਦੇ ਆ, ਉੱਤੇ ਉਹਦੇ ਨਾਲ ਬੇਥਾ ਅੰਨ੍ਹੇਵਾਹ ਜਿਹੜਾ ਖੇਤੀ ਦੇ ਉੱਤੇ ਜਿਹੜਾ ਉਹ ਤਜਰਬੇ ਕੀਤੇ ਜਾ ਰਹੇ, ਉਹਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜੇ ਐਗਰੀਕਲਚਰ ਜਾਂ ਸਾਡੇ ਸਰਕਾਰੀ ਅਦਾਰੇ ਹੋਣਗੇ ਤਾਂ ਕੋਈ ਸੋਚ ਸਮਝ ਕੇ ਲੋਕਾਂ ਨੂੰ ਰਿਕਮੈਂਡ ਕਰਨਗੇ, ਜਿਹਦਾ ਜਵਾਬਦੇਹ ਵੀ ਹੋਣਗੇ। ਸੇਖੋਂ ਸਾਹਿਬ, ਮੈਨੂੰ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕਰਿਓ ਕਿ ਆ ਸਾਰੀਆਂ ਸਮੱਸਿਆਵਾਂ ਤੁਸੀਂ ਦੱਸਦੀਆਂ, ਇਹ ਲੋਕਾਂ ਦੇ ਸਾਹਮਣੇ ਹੋਈਆਂ। ਜੇ ਖੰਡ ਮਿੱਲ ਪੁੱਟੀ ਗਈ ਹੈ, ਕਿਉਂਕਿ ਮੇਰਾ ਇਲਾਕਾ ਜਲੰਧਰ ਜ਼ਿਲ੍ਹੇ ਦੇ ਵਿੱਚ ਉਹ ਭੋਗਪੁਰ ਦੇ ਨੇੜੇ ਹੈ, ਤੁਹਾਡਾ ਸਮਾਨ ਥੋੜ੍ਹਾ ਜਿਹਾ ਸਾਡੇ ਕੋਲ ਆ ਗਿਆ ਜੀ। ਸਾਡੇ ਵਾਲੇ ਬੰਦੇ ਵਾਹਵਾ ਖੁਸ਼ ਨੇ ਕਿ ਭੋਗਪੁਰ ਖੰਡ ਮਿੱਲ ਦੇ ਵਿੱਚ ਉਹ ਸੌਦਾ ਤੁਹਾਡੇ ਵਾਲਾ ਆ ਗਿਆ, ਪਰ ਰੌਲਾ ਇਹ ਆ ਕਿ ਉੱਥੇ ਨਵਾਂ ਆਉਂਦਾ, ਤੁਹਾਡੀ ਮਿੱਲ ਚੱਲਦੀ ਰਹਿੰਦੀ ਤੇ ਚੰਗਾ ਸੀ। ਸੁੱਖ ਨਾਲ ਭੋਗਪੁਰ ਵਾਲੀ ਖੰਡ ਮਿੱਲ ਦੇ ਵਿੱਚ ਵੀ ਕਈ ਮੁੱਖ ਮੰਤਰੀ ਆਏ, ਉਹ ਹਰ ਵਾਰੀ ਕਹਿ ਦਿੰਦੇ ਸੀ ਇਹਨੂੰ ਵੱਡੀ ਕਰਾਂਗੇ ਜੀ, ਇਹਦਾ ਨਵੀਨੀਕਰਨ ਕਰਾਂਗੇ, ਮੁੜ ਕੇ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਸੀ। ਸੇਖੋਂ ਸਾਹਿਬ, ਕੀ ਲੱਗਦਾ ਹੈ ਕੱਲ੍ਹ ਨੂੰ ਮੰਨ ਲਓ ਤੁਹਾਡੀ ਸਰਕਾਰ ਆ ਜਾਂਦੀ ਹੈ, ਕਮੀਆਂ ਕਮਜ਼ੋਰੀਆਂ ਤੁਸੀਂ ਗਿਣਾਤੀਆਂ, ਮੰਨ ਲਓ ਤੁਸੀਂ MLA ਬਣ ਜਾਂਦੇ ਹੋ, ਸਰਕਾਰ ਤੁਹਾਡੀ ਆ ਗਈ, ਕਈ ਵਾਰੀ ਇਹ ਰੌਲਾ ਪੈਂਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੰਮ ਹਾਈ ਕਮਾਂਡ ਤੋਂ ਚੱਲਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ 100 ਕਰੋੜ ਦੀ ਗੱਲ ਹੈ ਜਾਂ ਫਰੀਦਕੋਟ ਦੇ ਵਿੱਚ ਸਾਰੇ ਕੰਮ ਕਰਨ ਵਾਲਿਆਂ ਦੀ ਗੱਲ ਹੈ, ਤੁਹਾਡੀ ਕੋਈ ਸੁਣ ਲਊਗਾ ਉੱਥੇ? ਨਹੀਂ ਤਾਂ ਕਈ ਵਾਰੀ ਇਹ ਵੀ ਰੌਲਾ ਰੱਪਾ ਪੈਂਦਾ ਕਿ ਭਾਈ ਉਹ ਦਿੱਲੀੋਂ ਆਣ ਕੇ ਬੰਦੇ ਸਾਰੇ ਫੈਸਲੇ ਕਰਦੇ ਆ। ਉਸ ਬਾਬਤ ਤੁਹਾਨੂੰ ਗਰੰਟੀ ਹੈ ਆਪਣੇ ਆਪ ਦੇ ਵਿੱਚ? ਕੇਜਰੀਵਾਲ ਸਾਹਿਬ ਕਈ ਗਰੰਟੀਆਂ ਦਿੰਦੇ ਹੁੰਦੇ ਆ ਕਿ ਤੁਸੀਂ ਫਿਰ ਜਿੱਦਾਂ ਹਿੱਕੜਾ ਕੇ ਪਹਿਲਾਂ ਕੰਮ ਕਰਦੇ ਰਹੇ ਹੋ ਕਿ ਆਪਣੀ ਸਰਕਾਰ ਤੋਂ ਵੀ ਕਰਾ ਲਓਗੇ। ਦੇਖੋ, ਅਰਵਿੰਦ ਕੇਜਰੀਵਾਲ ਦੇ ਵਿੱਚ ਇੱਕ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਆ ਵੀ ਜਿਹੜੀ ਗੱਲ ਲੋਕਾਂ ਦੇ ਹਿੱਤ ਵਿੱਚ ਹੋਵੇ ਔਰ ਤੁਸੀਂ ਉਹਨਾਂ ਨੂੰ ਪੂਰਨ ਰੂਪ ਚ ਸਮਝਾਉਣ ਚ ਕਾਮਯਾਬ ਹੁੰਦੇ ਆ, ਉਸ ਗੱਲ ਨੂੰ ਉਹ ਸੁਣਦੇ ਵੀ ਆ ਔਰ ਉਹਦੇ ਉੱਤੇ ਅੱਗੇ ਅਮਲ ਵੀ ਕਰਦੇ ਆ। ਜਿਹੜੀ ਗੱਲ ਤੁਸੀਂ ਦੱਸਦੇ ਹੋ, ਬਹੁਤ ਸਾਰੀਆਂ ਗੱਲਾਂ ਅਸੀਂ ਉਹਨਾਂ ਨੂੰ ਦੱਸਦੇ ਹਾਂ, ਕਿਉਂਕਿ ਉਹ ਇੱਕੋ ਗੱਲ ਕਹਿੰਦੇ ਆ ਕਿ ਯਾਰ ਜਿਹੜੀ ਚੀਜ਼ ਦੀ ਤੁਹਾਨੂੰ ਨਹੀਂ ਸਮਝ, ਲੋਕਾਂ ਦੀ ਤਕਲੀਫ ਆ, ਲੋਕਾਂ ਕੋਲੇ ਚਲੇ ਜਾਓ, ਉਹਨਾਂ ਕੋਲੇ ਬੈਠ ਕੇ ਉਹਨਾਂ ਨੂੰ ਪੁੱਛੋ ਵੀ ਇਹਦਾ ਹੱਲ ਕੀ ਆ। ਪੰਜਾਬ ਦੇ ਵਿਗੜੇ ਹੋਏ ਮਸਲਿਆਂ ਦਾ ਹੱਲ ਅਸੀਂ ਕਰਨਾ, ਸਾਨੂੰ ਇਹਨਾਂ ਮਸਲਿਆਂ ਦਾ ਪਤਾ ਹੈ। ਤਾਂ ਕੇਜਰੀਵਾਲ ਸਾਹਿਬ ਕਿਸੇ ਵੀ ਗੱਲ ਦੇ ਵਿੱਚ ਡਿਕਟੇਟਰਸ਼ਿਪ ਨਹੀਂ ਕਰਦੇ ਔਰ ਉਹਨਾਂ ਦੀ ਇਹ ਸਭ ਤੋਂ ਵੱਡੀ ਜਿਹੜਾ ਪਲੱਸ ਪੁਆਇੰਟ ਹੈ ਉਹ ਇਹ ਹੈ ਕਿ ਉਹ ਬਹੁਤ ਸੁਣਦੇ ਆ ਲੋਕਾਂ ਨੂੰ, ਬਹੁਤ ਸੁਣ ਕੇ ਜਿਹੜਾ ਫੈਸਲਾ ਕਰਨ ਵਾਲੇ ਜਿਹੜਾ ਹੁੰਦਾ ਹੈ ਉਹ ਫੈਸਲਾ ਕਰਦੇ ਆ। ਸੋ ਸਾਨੂੰ ਵਿਸ਼ਵਾਸ ਹੈ ਉਹਨਾਂ ਤੇ ਵੀ, ਮਾਨ ਸਾਹਿਬ ਤੇ ਵੀ, ਭਗਵੰਤ ਮਾਨ ਨਾਲ ਵੀ ਜਿਹੜੀਆਂ ਗੱਲਾਂ ਤੇ ਵਿਚਾਰ ਕਰਨਾ ਹੁੰਦਾ, ਕਿਉਂਕਿ ਮੇਰੀ ਕਦੇ ਆਦਤ ਨਹੀਂ ਮੈਂ ਵੀ ਬਹੁਤੀਆਂ ਗੱਲਾਂ ਇੱਧਰ ਉੱਧਰ ਕਰਨੀਆਂ। ਜਿੰਨੀ ਕੁ ਮੇਰੇ ਕੋਲ ਨੌਲੇਜ ਹੁੰਦੀ ਮੈਂ ਪਾਰਟੀ ਨਾਲ ਸ਼ੇਅਰ ਕਰਦਾ, ਪਰ ਬਹੁਤੀਆਂ ਗੱਲਾਂ ਉਹ ਚੋਂ ਮੰਨੀਆਂ ਜਾਂਦੀਆਂ, ਜਿਹੜੀਆਂ ਮੰਨਣ ਵਾਲੀਆਂ ਹੁੰਦੀਆਂ ਗੱਲਾਂ ਉਹੀ ਕਰੀਦੀਆਂ। ਕਿ ਐਵੇਂ ਬਿਨਾਂ ਗੱਲ ਲੋੜ ਤੋਂ ਵੀ ਗੱਲਾਂ ਕਰੀਏ ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ। ਮੈਨੂੰ ਪੂਰਨ ਵਿਸ਼ਵਾਸ ਹੈ ਆਪਦੀ ਪਾਰਟੀ ਦੇ ਉੱਤੇ। ਕੋਈ ਇਹ ਮੰਗ ਆ ਜਿਹੜੀ ਇਕੱਲੇ ਫਰੀਦਕੋਟ ਦੀ ਨਹੀਂ, ਫਰੀਦਕੋਟ ਖੰਡ ਮਿੱਲ ਦੇ ਵਿੱਚ ਘੱਟੋ ਘੱਟ 5 ਜ਼ਿਲ੍ਹਿਆਂ ਦਾ ਗੰਨਾ ਆਉਂਦਾ ਸੀ। ਅਬੋਹਰ ਤੋਂ ਲੈ ਕੇ ਬੁਲਾਡੇ ਤੋਂ ਲੈ ਕੇ ਮਾਨਸਾ ਬੁਲਾਡਾ ਉੱਥੋਂ ਤੱਕ ਦਾ ਗੰਨਾ, ਬਠਿੰਡਾ ਮਾਨਸਾ ਇਹਨਾਂ ਦਾ ਸਾਰਾ ਗੰਨਾ, ਫਿਰੋਜ਼ਪੁਰ ਦਾ ਬਹੁਤ ਸਾਰਾ ਹਿੱਸਾ, ਜਲਾਲਾਬਾਦ ਦਾ ਹਿੱਸਾ, ਉਹ ਸਾਰਾ ਗੰਨਾ ਇੱਥੇ ਆਉਂਦਾ, ਮੋਗੇ ਤੱਕ ਦਾ ਗੰਨਾ ਇੱਥੇ ਆਉਂਦਾ ਸੀ। ਸੋ ਸਾਡੇ ਜਿਹੜੇ ਸਾਰੇ ਅੱਧੇ ਪੰਜਾਬ ਦਾ ਮੰਨ ਕੇ ਚਲੋ ਵੀ ਰੁਜ਼ਗਾਰ ਹੈ। ਤਾਂ ਪਾਰਟੀ ਦਾ ਸਭ ਤੋਂ ਵੱਡਾ ਏਜੰਡਾ ਵੀ ਇਹੀ ਹੈ ਵੀ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੀ ਇੰਡਸਟਰੀ ਪੈਦਾ ਕਰੀ।
ਤਾਂ ਉਹਦਾ ਸਾਡਾ ਜਿਹੜਾ ਪੰਜਾਬ ਦੇ ਨੌਜਵਾਨ ਰੁਜ਼ਗਾਰ ਦੇਣ ਦਾ ਮੁੱਦਾ ਉਹ ਵੀ ਸਾਡਾ ਪੂਰਾ ਹੁੰਦਾ। ਪਿੰਡ ਦੇ ਵਿੱਚ, ਹਰ ਪਿੰਡ ਦੇ ਵਿੱਚ ਹੁਣ ਸਿਆਲਾਂ ਦੀ ਰੁੱਤ ਹੈ, ਅਸੀਂ ਖੁਦ ਕਮਾਦ ਬੀਜਦੇ ਸੀ। ਇਹਨਾਂ ਰੁੱਤਾਂ ਸਾਨੂੰ ਬੰਦੇ ਨਹੀਂ ਮਿਲਦੇ ਸੀ ਸਿਆਲਾਂ ਦੇ ਵਿੱਚ। ਕੋਈ ਪਿੰਡ ਦੇ ਵਿੱਚ ਨਾ ਕੋਈ ਬੁੜੀ ਨਾ ਕੋਈ ਬੰਦਾ, ਜਿਹੜੇ ਸਕੂਲੋਂ ਵੀ ਪੜ੍ਹ ਕੇ ਬੱਚੇ ਆਉਂਦੇ ਸੀ ਉਹਨਾਂ ਕੋਲ ਵੀ ਸ਼ਾਮ ਨੂੰ 2 ਘੰਟੇ ਹੁੰਦੇ ਸੀ, ਉਹਨੂੰ ਵੀ ਭੇਜ ਦਿੰਦਾ ਸੀ ਮਾਂ ਪਿਓ, ਜਾ ਕੇ ਤੂੰ ਆਗ ਵੱਢ ਲਿਆ, ਹੱਥ ਨੂੰ ਪਸ਼ੂਆਂ ਵਾਸਤੇ ਚਾਰਾ ਬਣ ਜੂਗਾ। ਤਾਂ ਸਾਰੇ ਲੋਕਾਂ ਲਈ ਰੁਜ਼ਗਾਰ ਸੀਗਾ। ਇਹ ਸਾਨੂੰ ਪਤਾ, ਕਿਉਂਕਿ ਅਸੀਂ ਗਰਾਊਂਡ ਤੇ ਥੱਲੇ ਰਹਿੰਦੇ, ਸਾਨੂੰ ਲੋਕਾਂ ਦੀਆਂ ਸਮੱਸਿਆਵਾਂ ਵੀ ਪਤਾ, ਉਹਦਾ ਹੱਲ ਕਿਵੇਂ ਕਰਨਾ ਸਾਨੂੰ ਉਹ ਵੀ ਪਤਾ। ਸੋ ਇਸ ਵਾਸਤੇ ਇਹ ਮੁੱਦਾ ਜਿਹੜਾ ਇਹ ਸਾਡੀ ਪਾਰਟੀ ਦੇ ਧਿਆਨ 'ਚ ਹੈ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਪੰਜਾਬ 'ਚ ਕਰਨੀਆਂ ਉਹਦੇ ਉੱਤੇ ਅਸੀਂ ਬੈਠ ਕੇ ਵਿਚਾਰ ਚਰਚਾ ਕਰਦੇ ਰਹਿੰਦੇ ਹਾਂ। ਪਾਣੀਆਂ ਦੇ ਮੁੱਦੇ ਉਹਨਾਂ ਤੇ ਵਿਚਾਰ ਚਰਚਾ ਕਰ ਲਈ, ਹੋਰ ਜਿਹੜੀਆਂ ਹਸਪਤਾਲਾਂ 'ਚ ਸਮੱਸਿਆਵਾਂ ਆਉਂਦੀਆਂ ਦਵਾਈਆਂ ਦੀਆਂ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਹੋਣਾ ਸਰਕਾਰੀ, ਤਾਂ ਜਿਹੜੀਆਂ ਉਹਦੇ 'ਚ ਊਣਤਾਈਆਂ ਉਹ ਸਾਨੂੰ ਪਤਾ, ਉਹਨੂੰ ਹੱਲ ਕਿਵੇਂ ਕਰਨਾ ਸਾਨੂੰ ਉਹਦਾ ਵੀ ਪਤਾ। ਕਿਉਂਕਿ ਇਹ ਨਹੀਂ ਵੀ ਸਾਰੇ ਹੀ ਡਾਕਟਰ ਮਾੜੇ ਆ ਜਾਂ ਸਾਰੇ ਹੀ ਅਫਸਰ ਮਾੜੇ ਆ, ਬਹੁਤ ਸਾਰੇ ਚੰਗੇ ਲੋਕ ਵੀ ਆ। ਉਹ ਸਗੋਂ ਸਾਨੂੰ ਆਪ ਆ ਕੇ ਦੱਸਦੇ ਯਾਰ ਵੀ ਤੁਸੀਂ ਜੇ ਬਈ ਆਹ ਕੰਮ ਨੂੰ ਤੁਸੀਂ ਐਂ ਕਰ ਲਓਗੇ, ਤੁਹਾਡਾ ਖਰਚਾ ਵੀ ਘੱਟ ਹੋਊਗਾ ਤੇ ਲੋਕਾਂ ਦਾ ਭਲਾ ਵੀ ਜ਼ਿਆਦਾ ਹੋਊਗਾ। ਹਸਪਤਾਲ ਦੇ ਡਾਕਟਰ ਸਾਨੂੰ ਦੱਸਦੇ ਵੀ ਆਹ ਚੇਂਜ, ਆਹ ਤੁਸੀਂ ਇੰਨੀਆਂ ਕੁ ਚੇਂਜਸ ਕਰ ਦਿਓ, ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ। ਸੋ ਅਸੀਂ ਲੋਕਾਂ ਨੂੰ ਮਿਲਦੇ ਰਹਿੰਦੇ, ਔਰ ਇਹਦੇ ਤੇ ਸਾਡਾ ਕੰਮ ਹੁਣ ਤੋਂ ਚੱਲ ਰਿਹਾ। ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਲੋਕਾਂ ਨੂੰ ਦੇਣਾ ਕੀ ਹੈ। ਸੇਖੋਂ ਸਾਹਿਬ, ਸ਼ਹਿਰ ਤੁਹਾਡੇ ਹਲਕੇ 'ਚ ਵੱਡਾ ਹੈ ਫਰੀਦਕੋਟ, ਅੱਧੀਆਂ ਕੁ ਵੋਟਾਂ ਪਿੰਡਾਂ ਦੀਆਂ, ਅੱਧੀਆਂ ਕੁ ਸ਼ਹਿਰ ਦੀਆਂ। ਤੁਸੀਂ ਜਿੰਨੇ ਵੀ ਮਸਲੇ ਸਾਂਝੇ ਕੀਤੇ ਉਹਦੇ ਵਿੱਚੋਂ ਬਹੁਤੇ ਖੇਤੀਬਾੜੀ ਦਾ ਤਾਂ ਪਿੰਡ ਨਾਲ ਸੰਬੰਧ ਹੁੰਦਾ ਹੈ, ਤੇ ਸਰਕਾਰ ਕਾਂਗਰਸ ਪਾਰਟੀ ਦੀ ਹੈ, MLA ਸਾਹਿਬ ਉਹਨਾਂ ਦੇ ਨੇ, ਉਹਨਾਂ ਦਾ ਦਾਅਵਾ ਹੈ ਕਿ ਅਸੀਂ ਬੜਾ ਵਧੀਆ ਕੰਮ ਕੀਤਾ, ਸ਼ਹਿਰ ਦੇ ਵਿੱਚ ਕੋਈ ਕੰਮਕਾਰ ਜਿਹੜਾ ਰਹਿਣ ਨਹੀਂ ਦਿੱਤਾ। ਤੁਹਾਨੂੰ ਕੀ ਲੱਗਦਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਕਿ ਫਰੀਦਕੋਟ ਸ਼ਹਿਰ ਦੇ ਵਿੱਚ ਕੋਈ ਵਿਕਾਸ ਦੀ ਕਸਰ ਮਾੜੀ ਮੋਟੀ ਹੈਗੀ ਹੈ ਕਿ ਸਾਰਾ ਕੰਮ ਕਰ ਗਿਆ ਜੀ ਉਹ? ਦੇਖੋ 665 ਕਰੋੜ ਰੁਪਈਆ ਫਰੀਦਕੋਟ ਦੇ ਉੱਤੇ ਖਰਚ ਕੀਤਾ ਗਿਆ। ਕਾਗਜ਼ਾਂ ਦੇ ਵਿੱਚ ਖਰਚ ਕਰਨ ਦੇ 2 ਤਰੀਕੇ ਦੇ, ਇੱਕ ਤਾਂ ਗਰਾਊਂਡ ਤੇ ਖਰਚ ਕਰਨਾ, ਇੱਕ ਕਾਗਜ਼ਾਂ ਦੇ ਵਿੱਚ ਖਰਚ ਕਰਨਾ, ਔਰ ਇੱਕ ਇੱਥੇ ਨਾ ਜਿਹੜੀ ਆਪਾਂ ਉਹਨੂੰ ਮਿੱਟੀ ਪੱਟੀ ਗਈ ਹੈ ਸ਼ਹਿਰ ਦੀ। ਜੋ ਕੁਛ ਵੀ ਇਹਨਾਂ ਨੇ ਕੀਤਾ ਹੈ, ਪੈਸਾ ਲਾ ਕੇ ਵਿਕਾਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਪੈਸਾ ਨੱਪਣ ਦੀ ਕੋਸ਼ਿਸ਼ ਕੀਤੀ ਗਈ ਵੀ ਬਸ ਸ਼ੋਅ ਕਰ ਦਿਓ ਇੰਨਾ ਪੈਸਾ ਲੱਗ ਗਿਆ ਜੀ, ਇੰਨਾ ਪੈਸਾ ਲੱਗ ਗਿਆ। ਜਿਹੜੀਆਂ ਗਲੀਆਂ ਦੇ ਵਿੱਚ ਸੀਵਰੇਜ ਪਾਇਆ ਉਹ ਸਾਰੀਆਂ ਗਲੀਆਂ ਬੈਠ ਗਈਆਂ, ਜਿਹੜੀਆਂ ਸੜਕਾਂ 'ਚ ਸੀਵਰੇਜ ਪਾਇਆ ਉਹ ਸਾਰੀਆਂ ਸੜਕਾਂ ਬੈਠ ਗਈਆਂ। 2 ਪੁਲ ਬਣਾਏ ਜੀ ਫਰੀਦਕੋਟ ਦੇ ਵਿੱਚ। ਇੱਕ ਪੁਲ ਸਾਡੇ ਜਿਹੜਾ ਤਲਵੰਡੀ ਰੋਡ ਦੇ ਉੱਤੇ ਬਣਿਆ ਰੇਲਵੇ ਲਾਈਨ ਦੇ ਉੱਤੇ, ਉਹ ਇੱਕ ਪਾਸੇ ਜਿਹੜਾ ਪੁਲ ਹੈ ਉਹ 36 ਫੁੱਟ ਚੌੜਾ ਹੈ ਤੇ ਦੂਜੇ ਪਾਸਿਓਂ 22 ਫੁੱਟ ਚੌੜਾ। ਉੱਤੇ ਅੱਧਾ ਪੁਲ ਚੌੜਾ ਤੇ ਅੱਧਾ ਪੁਲ ਭੀੜਾ। ਇਹੋ ਜਿਹਾ ਪੁਲ ਭਾਰਤ 'ਚ ਜਾਂ ਦੁਨੀਆ ਤੇ ਕਿਤੇ ਨਹੀਂ ਬਣਿਆ ਹੋਇਆ। ਅੰਡਰ ਬ੍ਰਿਜ ਬਣਾਇਆ, ਉਹ ਬੱਸਾਂ ਦੇ ਲੰਘਣ ਵਾਸਤੇ ਬਣਾਇਆ ਸੀ, ਪਰ ਉਹਦੇ ਵਿੱਚ ਹੁਣ ਮੋਟਰਸਾਈਕਲ ਵੀ ਨਹੀਂ ਲੰਘਦਾ, ਉਹਦੇ 'ਚ ਪਾਣੀ ਭਰ ਜਾਂਦਾ ਸੀ ਹੁੰਦਾ। ਕੋਈ ਉੱਥੇ ਉਹਦਾ ਪ੍ਰੋਪਰ ਉਹਦਾ ਜਿਹੜਾ ਪਾਣੀ ਕੱਢਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਚਹਿਲ ਰੋਡ ਤੇ ਸਾਡੇ ਨਹਿਰਾਂ ਤੇ ਪੁਲ ਬਣਾਇਆ ਗਿਆ, ਉਹ ਕੰਮਦਾ, ਡਰਦੇ ਲੋਕ ਉਹਦੇ ਉੱਤੋਂ ਦੀ ਲੱਗਦੇ ਪਤਾ ਨਹੀਂ ਕਿਹੜੇ ਵੇਲੇ ਡਿੱਗ ਪਊਗਾ। ਸੋ ਇਸ ਤਰ੍ਹਾਂ ਪੈਸੇ ਜ਼ਰੂਰ, ਗਿਣਤੀ ਜ਼ਰੂਰ ਪੈਸੇ ਬਹੁਤ ਲੱਗੇ ਆ, ਪਰ ਜ਼ਮੀਨੀ ਹਕੀਕਤ ਕੋਈ ਨਹੀਂ। ਲੋਕ ਟਾਇਲ ਪਿੰਡਾਂ 'ਚ ਅੰਨ੍ਹੇਵਾਹ ਲਾਈ ਗਈ, ਜਿੱਥੇ ਕਿਤੇ ਕਿਸੇ ਦੀ ਪਈ ਵੀ ਸੀ, ਰਾਹ ਵੀ ਸੀ, ਉਹ ਤੇ ਲੋਕ ਟਾਇਲ ਲਾਤੀ। ਪਰ ਉਹਦੇ ਪਿੱਛੇ ਬੇਈਮਾਨੀ ਇਹ ਸੀ ਵੀ ਸਿਰਫ ਆਪਦੇ ਢਿੱਡ 'ਚ ਪੈਸੇ ਪਾਉਣ ਵਾਸਤੇ। ਇੱਕ ਟਾਇਲ ਮਗਰ 6-6, 7-7, 8-8 ਰੁਪਏ ਜਿਹੜਾ ਉਹ MLA ਨੇ ਆਪਦੀਆਂ ਫੈਕਟਰੀਆਂ ਲਾ ਕੇ ਉੱਥੋਂ ਤਿਆਰ ਕੀਤੀ, ਜਿਹੜੀ ਲੋਕ ਟਾਇਲ ਪਿੰਡਾਂ 'ਚ ਭੇਜੀ। ਆਪਦੀਆਂ ਫੈਕਟਰੀਆਂ ਤੋਂ ਤਿਆਰ ਕਰਕੇ ਪਾਈਪਲਾਈਨ ਪਾਏ, ਉਹ ਜਿਹੜੀਆਂ ਪਾਈਪਾਂ ਉਹ ਟੁੱਟੀ ਜਾਂਦੀਆਂ। ਜਿੱਥੇ ਕਿਤੇ ਕੋਈ ਪੁਲੀਆਂ ਵੀ ਬਣਾਈਆਂ ਉੱਥੇ ਬਹਿ ਜਾਂਦੀਆਂ, ਟੁੱਟ ਜਾਂਦੀਆਂ। MLA ਸਾਹਿਬ ਦੇ ਦਫ਼ਤਰ ਦੇ ਸਾਹਮਣੇ ਪਰਸੋਂ ਜਿਹੜੀ ਪਾਈਪ ਨਵੀਂ ਪਾਈ ਸੀ ਉੱਥੇ ਟਰਾਲੀ ਖੁੱਭ ਗਈ ਇੱਟਾਂ ਦੀ ਭਰੀ। ਸੋ ਮੈਂ ਤਾਂ ਲੋਕਾਂ ਨੂੰ ਇਹ ਆਂਦਾ ਨਾ, ਜੇ ਕਿਤੇ ਕੋਈ ਉਹਦੀਆਂ ਪਾਈਪਾਂ ਹੁੰਦੀਆਂ, ਮੈਂ ਕਹਿੰਦਾ ਸੀਮੈਂਟ ਦੀਆਂ ਪਾਈਪਾਂ ਨਹੀਂ, ਇਹ ਢਿੱਲੋਂ ਸਾਹਿਬ ਦੀਆਂ ਪਾਈਪਾਂ ਨੇ। ਠੀਕ ਹੈ। ਸੀਮੈਂਟ ਵਾਲੀਆਂ ਇਹ ਹਾਲ ਲੋਕ ਟਾਇਲ, ਉਹ ਸੀਮੈਂਟ ਦੇ ਲੋਕ ਟਾਇਲ ਹੋਵੇ ਤਾਂ ਕੰਮ ਕਰੇ ਜੀ। ਸੇਖੋਂ ਸਾਹਿਬ, ਮੈਨੂੰ ਇੱਕ ਗੱਲ ਦੱਸਿਓ, ਤੁਸੀਂ ਕਿਹਾ ਸੀ ਕਿ ਮੈਂ ਸਪੋਰਟਸ ਸਕੂਲ ਬਣਾਉਣਾ ਚਾਹੁੰਦਾ, ਆਲੋਚਨਾ ਬੜੀ ਹੋ ਗਈ, ਮੈਂ ਥੋੜ੍ਹਾ ਜਿਹਾ ਦੂਸਰੇ ਪਾਸੇ ਨੂੰ ਜਾਣ ਲੱਗਿਆ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੀ ਤਰੀਕ 'ਚ, ਤੁਸੀਂ ਕਿਹਾ ਕਿ ਸਰਕਾਰੀ ਸਕੂਲਾਂ ਕਾਲਜਾਂ ਦੇ ਵਿੱਚੋਂ ਪੜ੍ਹੇ ਹੋ, ਤੁਸੀਂ ਚੰਗੇ ਤਰੀਕੇ ਲੋਕਾਂ ਨੂੰ ਜਾਣਦੇ ਹੋ, ਕੀ ਇੱਕ ਸਰਕਾਰੀ ਸਕੂਲ ਜਾਂ ਕਾਲਜ ਦੇ ਵਿੱਚ ਪੜ੍ਹਨ ਵਾਲਾ ਬੱਚਾ, ਕਿਉਂਕਿ ਮੇਰਾ ਵਾਹ ਰਹਿੰਦਾ ਇਸ ਫੀਲਡ ਦੇ ਨਾਲ, ਐਜੂਕੇਸ਼ਨ ਵਾਲੇ ਦੇ ਨਾਲ, ਪ੍ਰਾਇਮਰੀ ਸਕੂਲ, ਮਿਡਲ ਸਕੂਲ, ਉੱਥੇ ਤੱਕ ਬੱਚਿਆਂ ਨੂੰ ਖਿਡਾਉਣ ਦੇ ਲਈ 1 ਵੀ ਰੁਪਈਏ ਦਾ ਪ੍ਰਬੰਧ ਨਹੀਂ ਸਰਕਾਰ ਕਰਦੀ। ਜ਼ੋਨਲ ਪੱਧਰ ਦੇ, ਡਿਸਟ੍ਰਿਕਟ ਪੱਧਰ ਦੇ ਟੂਰਨਾਮੈਂਟ ਹੋਣੇ ਆ, ਅਧਿਆਪਕ ਬੱਚਿਆਂ ਨੂੰ ਆਪਦੇ ਖਰਚ ਤੇ ਲੈ ਕੇ ਜਾਊਗਾ, ਕੋਈ ਗ੍ਰਾਂਟ ਨਹੀਂ ਹੈ। ਤੁਹਾਨੂੰ ਲੱਗਦਾ ਕਿ ਬੱਚੇ ਜਿਹੜੇ ਆਮ ਪਰਿਵਾਰਾਂ ਦੇ ਵਿੱਚੋਂ ਹੁੰਦੇ ਆ, ਸਰਕਾਰੀ ਸਕੂਲਾਂ 'ਚ ਪੜ੍ਹਦੇ ਆ, ਡਾਈਟ ਦਾ ਪ੍ਰਬੰਧ ਕੋਈ ਨਹੀਂ ਹੁੰਦਾ ਜਿੰਨੀ ਕੁ ਡਾਈਟ ਇਸ ਵੇਲੇ ਦਿੱਤੀ ਜਾਂਦੀ ਹੈ? ਜਿੱਦਾਂ ਕਿਉਂਕਿ ਬੱਚਾ ਜੇ
ਕਾਲਜ ਦੇ ਵਿੱਚ ਜਾ ਕੇ ਖੇਡ ਸ਼ੁਰੂ ਕਰੂਗਾ ਤਾਂ ਉਹ ਕਿਸੇ ਪਾਸੇ ਅੱਪੜਨਾ ਨਹੀਂ, ਉਹਨੂੰ ਸਕੂਲ ਤੋਂ ਦੇਖਣਾ ਪਊਗਾ ਕਿ ਕਿੱਥੋਂ ਆਪਾਂ ਪਹਿਚਾਣੀਏ ਉਹ ਕਿਹੜੀ ਖੇਡ 'ਚ ਜਾ ਸਕਦਾ, ਉਹਦੀ ਕੋਚਿੰਗ ਹੋਵੇ। ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਦੇ ਵਿੱਚ ਉਹ ਪ੍ਰਬੰਧ ਠੀਕ ਨੇ? ਜੇ ਨਹੀਂ ਠੀਕ ਤਾਂ ਕਿਵੇਂ ਠੀਕ ਕੀਤੇ ਜਾ ਸਕਦੇ? ਜੇ 2 ਮਿੰਟਾਂ ਦੇ ਵਿੱਚ ਤੁਸੀਂ ਮਾੜਾ ਮੋਟਾ ਰੋਡ ਮੈਪ ਦੱਸਣਾ ਚਾਹੋ। ਦੇਖੋ, ਅਸਲ ਦੇ ਵਿੱਚ ਕੀ ਆ ਵੀ ਤੁਹਾਡੀ ਭਾਵਨਾ ਕੀ ਆ। ਮੈਂ ਪੁਲਿਸ ਦੀ ਨੌਕਰੀ ਤੇ ਹੁੰਦਿਆਂ ਮੇਰੀ ਬੱਚਿਆਂ ਵਾਲੀ ਜੇਲ੍ਹ 'ਚ ਇੱਕ ਵਾਰੀ ਡਿਊਟੀ ਲੱਗੀ 6 ਮਹੀਨੇ ਵਾਸਤੇ, ਤੇ ਮੈਂ ਬੱਚਿਆਂ ਵਾਲੀ ਜੇਲ੍ਹ ਦੇ ਵਿੱਚ ਜੇਲ੍ਹ ਦੀਆਂ ਰੋਟੀਆਂ ਨਾਲ ਬੱਚਿਆਂ ਨੂੰ 6 ਮਹੀਨਿਆਂ ਦੇ ਵਿੱਚ 500 ਡੰਡ ਮਾਰਨ ਲਾਤਾ ਸੀ ਬੱਚਿਆਂ ਨੂੰ। ਕਿਉਂਕਿ ਬਹੁਤ ਸਾਰੀਆਂ ਗੱਲਾਂ ਤੁਹਾਡੀ ਖੁਰਾਕ ਤੇ ਨਹੀਂ ਡਿਪੈਂਡ ਕਰਦੀਆਂ, ਤੁਹਾਡੀ ਮਿਹਨਤ ਤੇ ਡਿਪੈਂਡ ਕਰਦੀਆਂ, ਜਨੂਨ ਤੇ ਡਿਪੈਂਡ ਕਰਦੀਆਂ। ਤਾਂ ਪਿੰਡਾਂ ਦੇ ਵਿੱਚ ਜਿੰਨੀ ਕਿ ਸਾਡੀ ਦੇਸੀ ਖੁਰਾਕ ਆ, ਮੈਂ ਖੁਦ ਦੇਸੀ ਖੁਰਾਕ ਖਾ ਕੇ, ਕੋਈ ਇਹ ਨਹੀਂ ਆਮ ਪਲੇਅਰ ਕਹਿੰਦੇ ਮੈਂ ਇੰਨੇ ਬਦਾਮ ਖਾਂਦਾ ਸੀ ਜੀ, ਮੈਂ ਇੰਨੇ ਕਾਜੂ ਖਾਂਦਾ ਸੀ। ਅਸੀਂ ਤਾਂ ਸਿਰਫ ਜਿਹੜੀ ਘਰ ਦੀ ਦੇਸੀ ਖੁਰਾਕ ਸੀ, ਸਰੋਂ ਦਾ ਸਾਗ, ਮੱਖਣ ਖਾ ਖਾ ਕੇ ਪਲੇਅਰ ਬਣੇ, ਮੂੰਗਫਲੀ ਖਾ ਖਾ ਕੇ ਪਲੇਅਰ ਬਣੇ ਆ। ਤਾਂ ਪਲੇਅਰ ਬਣਨ ਵਾਸਤੇ ਤੁਹਾਡੇ ਅੰਦਰ ਜਜ਼ਬਾ ਚਾਹੀਦਾ। ਵੱਡੇ ਜਿਹੜੇ ਹੈਗੇ ਆਮ ਤੁਸੀਂ ਜਿੰਨੇ ਵੀ ਪਲੇਅਰ ਦੇਖਦੇ ਹੋ, ਜਿਹੜੇ ਰਿਕਾਰਡ ਹੋਲਡਰ ਹੈ, ਉਹਨਾਂ ਦੇ ਅੰਦਰ ਜਿਹਦੇ ਅੱਗ ਹੈ, ਸਾਧਨਾਂ ਨਾਲ ਪਲੇਅਰ ਨਹੀਂ ਬਣਦਾਗਾ ਜੀ, ਕਦੇ ਅੱਗ ਨਾਲ ਪਲੇਅਰ ਬਣਦਾ। ਸਾਨੂੰ ਆਪਦੇ ਨੌਜਵਾਨਾਂ ਦੇ ਅੰਦਰ ਅੱਗ ਪੈਦਾ ਕਰਨ ਦੀ ਲੋੜ ਹੈ। ਪਿੰਡਾਂ ਦੇ ਵਿੱਚ ਸਾਡੇ ਕੋਲੇ ਬਹੁਤ ਵਧੀਆ ਸਕੂਲਾਂ ਦੇ ਗਰਾਊਂਡ ਬਣ ਸਕਦੇ, ਥੋੜੇ ਛੋਟੀਆਂ ਗਰਾਊਂਡਾਂ ਤੋਂ ਹੌਲੀ ਹੌਲੀ ਵੱਡੀਆਂ ਗਰਾਊਂਡਾਂ ਤੱਕ। ਜਿਹੜਾ ਜਿੱਡੇ ਲੈਵਲ ਦਾ ਬੱਚਾ ਹੈ, ਜੇ ਫੁੱਟਬਾਲ ਦੀ ਗਰਾਊਂਡ ਖੇਡਣ ਵਾਸਤੇ ਜਾਂ ਵਾਲੀਬਾਲ ਖੇਡਣ ਵਾਸਤੇ ਉਹ ਉਮਰ ਵੀ ਚਾਹੀਦੀ ਹੈ। ਸੋ ਬਹੁਤਾ ਕੁਝ ਸਾਡੇ ਕੋਲੇ ਹੈਗਾ, ਸਿਰਫ ਥੋੜਾ ਜਿਹਾ ਉਹਨੂੰ ਸਿੱਧਾ ਕਰਨ ਦੀ ਲੋੜ ਹੈ। ਪਿੰਡਾਂ ਦੇ ਵਿੱਚ ਇੰਨੇ ਕਲੱਬ ਹੈ, ਸਾਡੇ ਨੌਜਵਾਨ ਇੰਨੇ ਜੋ ਫ੍ਰੀ ਆਫ ਕਾਸਟ ਕੰਮ ਕਰਨ ਨੂੰ ਤਿਆਰ ਹੈ। ਅਸੀਂ ਰਾਣੇ ਸੋਢੀ ਨੂੰ ਆਪ ਮਿਲੇ ਸੀ, ਸਾਡੀ ਬਾਸਕਟਬਾਲ ਦੀ 32-33 ਸਾਲ ਤੋਂ ਕਲੱਬ ਚੱਲਦੀ ਹੈ। ਅਸੀਂ ਉਹਨਾਂ ਨੂੰ ਕਿਹਾ ਜੀ ਤੁਸੀਂ ਜੇ ਫੰਡਿੰਗ ਕਰਨੀ ਆ ਤਾਂ ਤੁਸੀਂ ਉਹਨਾਂ ਕਲੱਬਾਂ ਨੂੰ ਕਰੋ, ਪੰਜਾਬ ਦੇ ਅੰਦਰ ਕਲੱਬ ਦੇਖੋ ਜਿਹੜੇ ਲੋਕਾਂ ਲਈ ਕੁਝ ਕਰ ਰਹੇ ਆ। ਪਰ ਉਹਨਾਂ ਕੋਲੇ ਕੋਈ ਰੋਡ ਮੈਪ ਹੀ ਹੈ ਨਹੀਂ। ਉਹ ਤਾਂ ਸਿਰਫ ਇਹ ਵੇਖਦੇ ਵੀ ਸਾਡੇ MLA ਨੇ ਕਿਹਨੂੰ ਕਹਿਤਾ। ਫਰੀਦਕੋਟ 'ਚ ਸਾਰੇ ਇਹਨਾਂ ਨੇ ਕਲੱਬਾਂ ਨੂੰ ਆਪਣੇ ਜਿਹੜੀ ਹੈਗੀ ਉਹ ਮਦਦ ਕੀਤੀ, ਤੇ ਬਾਸਕਟਬਾਲ ਕਲੱਬ ਨੂੰ ਨਹੀਂ ਕੀਤੀ। ਕਹਿੰਦੇ ਇਹ ਆਮ ਆਦਮੀ ਪਾਰਟੀ ਦਾ ਕਲੱਬ ਹੈ ਜੀ। ਤੇ ਜਦੋਂ ਆਪਣੀ ਸਰਕਾਰ ਆਊਗੀ ਤਾਂ ਆਪਣੀ ਸਰਕਾਰ ਆਊਗੀ, ਆਪਾਂ ਇੱਕ 0 ਲੈਵਲ ਤੋਂ ਸ਼ੁਰੂ ਕਰਨਾ। ਸ਼ੁਰੂ ਤੋਂ ਜਿਹੜਾ ਬੱਚਾ ਹੈ ਉਹ ਕਿਵੇਂ ਸਕੂਲ ਜਾਊਗਾ, ਉਹਦੇ ਲਈ ਕਿੰਨਾ ਕੁਛ ਚਾਹੀਦਾ। ਬਹੁਤ ਕੁਛ ਅਸੀਂ 2-2.5 ਸਾਲ ਇਸ ਕੰਮ ਦੇ ਉੱਤੇ ਆਪਦੇ ਲਾਏ ਸੀ, ਕਿਉਂਕਿ ਅਸੀਂ ਚਾਹੁੰਦੇ ਸੀ ਅਸੀਂ ਜਦੋਂ ਨਰਸਰੀ 'ਚ ਵੀ ਬੱਚਾ ਆਵੇ ਉਹਦੇ ਲਈ ਕਿਹੜੀ ਗੇਮ ਹੋਵੇ, ਜਦੋਂ ਫਸਟ 'ਚ ਪਹੁੰਚੇ ਉਹਦੇ ਲਈ ਕਿਹੜੀ ਗੇਮ ਹੋਵੇ, ਜਦੋਂ 5ਵੀਂ ਕਲਾਸ ਤੱਕ ਪਹੁੰਚੇ ਤਾਂ ਉਹਦੇ ਲਈ ਕਿਹੜੀ ਗੇਮ ਹੋਵੇ। ਜਿਵੇਂ ਜਿਵੇਂ ਅੱਗੇ ਆਉਂਦਾ ਜਾਊਗਾ, ਸੀਨੀਅਰ 'ਚ ਜਾ ਕੇ ਬੰਦੇ ਰਿਕਾਰਡ ਰੱਖਦੇ ਆ। ਸੋ ਸਾਡੇ ਕੋਲੇ ਬਹੁਤ ਕੁਛ ਤਿਆਰ ਕੀਤਾ ਹੋਇਆ। ਤਾਂ ਜਿੰਨੇ ਸਾਡੇ ਕੋਲੇ ਅੱਜ ਪੈਸੇ ਹੈਗੇ ਆ, ਕਿਉਂਕਿ ਪੈਸੇ ਨਜਾਇਜ਼ ਵਰਤੇ ਜਾ ਰਹੇ, ਅਫਸਰਸ਼ਾਹੀ ਦੇ ਉੱਤੇ ਖਰਚੇ ਬਹੁਤ ਜ਼ਿਆਦਾ ਆ ਰਹੇ। ਸਪੋਰਟਸ ਦੇ ਉੱਤੇ ਜਿੰਨਾ ਫੰਡ ਆ ਸਪੋਰਟਸ ਦਾ, ਸਕੂਲਾਂ ਦਾ, ਉਹ ਸਾਰੇ ਦਾ ਸਾਰਾ ਹੋਰਨਾਂ ਥਾਵਾਂ ਤੇ ਲਾਇਆ ਜਾ ਰਿਹਾ। ਸੋ ਸਾਰੇ ਜਿੰਨੇ ਫੰਡ ਸਪੋਰਟਸ ਤੇ ਹੋਣਗੇ, ਸਪੋਰਟਸ ਤੇ ਲਾ ਕੇ ਸਪੋਰਟਸ ਨੂੰ ਬਹੁਤ ਵਧੀਆ ਸਪੋਰਟਸ ਬਣਾਈ ਜਾ ਸਕਦੀ ਹੈ ਜੀ, ਬਸ਼ਰਤੇ ਕਿ ਤੁਹਾਡੀ ਨੀਅਤ ਸਾਫ਼ ਹੋਵੇ ਜੀ। ਬਹੁਤ ਸਾਡੇ ਕੋਚਸ ਸਾਹਿਬਾਨ ਹੈ, DP ਸਾਹਿਬਾਨ ਹੈ, ਜਿਹੜੇ ਆਪਦੀ ਜੇਬ ਚੋਂ ਪੈਸੇ ਖਰਚ ਕੇ, ਤੇ ਅਸੀਂ ਸਮਾਜ ਪ੍ਰਤੀ ਜਿਹੜੇ ਫਰਜ਼ ਨਿਭਾਉਣ ਬੰਦੇ, ਮੈਂ ਬਹੁਤ ਸਾਰੇ ਬੰਦਿਆਂ ਨੂੰ ਜਾਣਦਾ, ਕੋਚਾਂ ਨੂੰ ਜਾਣਦਾ, ਕੋ ਆਪਦੀ ਜੇਬ ਚੋਂ ਪੈਸੇ ਖਰਚ ਕੇ ਪਲੇਅਰ ਤਿਆਰ ਕਰਦੇ ਆ। ਤੇ ਜੇ ਸਰਕਾਰ ਥੋੜੀ ਜਿਹੀ ਬਾਂਹ ਫੜਨ ਵਾਲੀ ਹੋਵੇ ਤਾਂ ਉਹ ਦਿਨ ਦੂਰ ਨਹੀਂ, ਪੰਜਾਬ ਦੇ ਜਿਹੜੇ ਪਲੇਅਰ ਆ ਉਹ 올림픽 ਚੋਂ ਮੈਡਲ ਲਿਆ ਸਕਦੇ ਆ। ਪਰ ਇੱਕ ਵਾਰ ਸਿਰਫ ਸ਼ੁਰੂਆਤ ਕਰਨ ਦੀ ਲੋੜ ਹੈ। ਸੇਖੋਂ ਸਾਹਿਬ, ਸਮਾਂ ਥੋੜਾ ਰਹਿ ਗਿਆ, ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਹੈ। ਜਦੋਂ ਤੱਕ ਤੁਸੀਂ ਰਾਜਨੀਤੀ ਦੇ ਵਿੱਚ ਨਹੀਂ ਸੀ, ਸਮਾਜ ਸੇਵਾ ਕਰਦੇ ਸੀ, ਤੁਹਾਨੂੰ ਸਾਰੇ ਲੋਕ ਇੱਕ ਨਜ਼ਰ ਆਉਂਦੇ ਹੋਣਗੇ, ਜਿਹੜਾ 1.5-2 ਲੱਖ ਵੋਟਰ ਤੁਹਾਡੇ ਫਰੀਦਕੋਟ ਹਲਕੇ ਦਾ ਹੈਗਾ। ਜਿੱਦਣ ਤੁਸੀਂ ਆਮ ਆਦਮੀ ਪਾਰਟੀ ਦੀ ਟਿਕਟ ਤੇ 2017 'ਚ ਚੋਣ ਲੜੀ, ਤੁਸੀਂ ਚੋਣ ਹਾਰ ਗਏ। ਉਹਦੇ ਤੋਂ ਬਾਅਦ 5 ਸਾਲ ਤੁਸੀਂ ਫੇਰ ਕਿਹਾ ਕਿ ਮੈਂ ਸਮਾਜ ਸੇਵਾ ਕੀਤੀ। ਫੇਰ ਤਾਂ ਤੁਸੀਂ ਸਮਾਜ ਸੇਵਾ ਆਮ ਆਦਮੀ ਪਾਰਟੀ ਦੇ ਵਰਕਰ ਦੀ ਕਰਦੇ ਹੋਵੋਗੇ, ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹਨਾਂ ਦੀ ਕਰਦੇ ਹੋਵੋਗੇ। ਤੁਹਾਨੂੰ ਆਪਣੇ ਸ਼ਹਿਰ 'ਚੋਂ ਜਾਂ ਕਿਸੇ ਪਿੰਡ ਦੇ ਵਿੱਚੋਂ ਕੋਈ ਬੰਦਾ ਆ ਗਿਆ ਜੀ ਮੈਂ ਲੋੜਵੰਦ ਹਾਂ, ਤੁਸੀਂ ਉਹ ਕੰਮ ਕਰਦੇ ਵੀ ਹੋ, ਪਰ ਤੁਹਾਨੂੰ ਪਤਾ ਲੱਗ ਗਿਆ ਕਿ ਇਹਨੇ ਵੋਟ ਮੈਨੂੰ ਨਹੀਂ ਸੀ ਪਾਈ, ਉਹਦੀ ਥੋੜੀ ਬਾਂਹ ਫੜੀ ਹੋਣੀ ਆ, ਕੁੰਡਾ ਬੰਦ ਕਰ ਲਿਆ ਹੋਣਾ, ਗੇਟ ਲਾ ਲਿਆ ਹੋਣਾ। ਨਹੀਂ ਜੀ, ਮੈਂ ਜਿਹੜਾ ਮੇਰੀ ਸਮਾਜ ਸੇਵਾ ਦਾ ਕੋਟਾ ਉਹ ਮੈਂ ਵੱਖਰਾ ਹੀ ਰੱਖਿਆ ਹਮੇਸ਼ਾ। ਮੈਂ ਕਦੇ ਕਿਸੇ ਨੂੰ ਬੰਦੇ ਨੂੰ ਪੁੱਛਿਆ ਹੀ ਨਹੀਂ। ਹਾਲਾਂਕਿ ਕਈ ਵਾਰੀ ਮੈਨੂੰ ਬੰਦੇ ਦੱਸ ਵੀ ਦਿੰਦੇ ਆ ਕੇ ਵੀ ਅਸੀਂ ਜੀ ਕਾਂਗਰਸੀ ਬੰਦੇ ਆ ਤੇ ਸਾਡੀ MLA ਨੇ ਬਾਂਹ ਨਹੀਂ ਫੜੀ। ਤਾਂ ਉਹਨਾਂ ਦੇ ਵੀ ਰਾਤ ਨੂੰ ਵੀ 12 ਵਜੇ ਕਰੋਨਾ ਦੇ ਦੌਰਾਨ ਇੱਕ ਘਟਨਾ ਵਾਪਰੀ। ਇੱਕ ਸਾਡੇ ਫਰੀਦਕੋਟ ਦੀ ਬੱਚੀ ਦੇ ਸਹੁਰੇ ਹਰਿਆਣੇ ਦੇ ਵਿੱਚ ਸੀ, ਉਹ ਸਹੁਰੇ ਨੇ ਕਿਤੇ ਉੱਤੇ ਸੱਟਾਂ ਫੇਟਾਂ ਮਾਰੀਆਂ। ਉਹ MLA ਸਾਹਿਬ ਕੋਲੇ ਗਏ, ਉਹਨੇ ਜਵਾਬ ਦਿੱਤਾ। ਮੇਰੇ ਕੋਲੇ ਆਏ, ਮੈਨੂੰ ਕਹਿੰਦੇ ਅਸੀਂ MLA ਸਾਹਿਬ ਕੋਲ ਗਏ ਸੀ, ਉਹਨੇ ਜਵਾਬ ਦਿੱਤਾ ਵੀ ਤੁਸੀਂ ਸਾਡੀ ਮਦਦ ਕੀ ਕਰ ਸਕਦੇ ਹੋ। ਤਾਂ ਮੈਂ ਉਹਨਾਂ ਨੂੰ ਆਪਦਾ ਨੰਬਰ ਦਿੱਤਾ, ਔਰ ਰਾਤ ਦਾ ਟਾਈਮ ਸੀ,
ਮੈਂ ਕਿਹਾ ਵੀ ਮੈਂ ਸਾਰੀ ਰਾਤ ਇੱਥੇ ਜਾਗਦਾ ਰਹੂੰਗਾ, ਜਿੱਥੇ ਕਿਤੇ ਵੀ ਤੁਹਾਨੂੰ ਸਮੱਸਿਆ ਆਉਂਦੀ ਮੇਰੀ ਉੱਥੇ ਫੋਨ ਤੇ ਗੱਲ ਕਰਾਇਓ। ਰਸਤੇ 'ਚ ਉਹਨਾਂ ਨੂੰ ਰੋਕਿਆ ਤਾਂ ਮੈਂ ਹਰ ਇੱਕ ਜਗ੍ਹਾ ਤੇ ਉਹਨੂੰ ਸਾਰੀ ਗੱਲਬਾਤ ਦੱਸ ਕੇ ਉਹਨਾਂ ਨੂੰ, ਭਾਈ ਆਹ ਸਮੱਸਿਆ ਇਹਨਾਂ ਦੀ, ਅਸੀਂ ਮਰੀਜ਼ ਲੈਣ ਚੱਲੇ ਇਹ। ਤਾਂ ਕਰੋਨਾ ਦੇ ਦੌਰਾਨ ਜਿਹੜੇ ਕਾਂਗਰਸੀ MLA ਦੇ ਖਾਸ ਬੰਦੇ ਸੀ ਉਹਨਾਂ ਦੀ ਵੀ ਮਦਦ ਕੀਤੀ। ਬਾਕੀ ਜਿਹੜਾ ਮੇਰੇ ਕੋਲ ਕੋਈ ਬੰਦਾ ਆ ਜਾਂਦਾ, ਮੈਂ ਆਪਦੀ ਡਿਊਟੀ ਸਮਝਦਾ ਹੈ ਕਿ ਮੇਰੀ ਸਮਾਜ ਪ੍ਰਤੀ ਪ੍ਰਮਾਤਮਾ ਨੇ ਡਿਊਟੀ ਲਾਈ ਹੈ, ਇਹਦੇ ਕੰਮ ਤੋਂ ਆਉਣਾ ਹੀ ਆਉਣਾ ਜੀ। ਤੋ ਨਾ ਮੈਂ ਕਦੇ ਕਿਸੇ ਨੂੰ ਪੁੱਛਿਆ ਵੀ ਤੂੰ ਕਾਲੀ ਹੈ, ਤੂੰ ਕਾਂਗਰਸੀ ਹੈ। ਮੈਂ ਜਿੰਨੇ ਵਾਰੀ ਮੈਂ ਖੂਨਦਾਨ ਕੀਤਾ, ਇੱਕ ਵਾਰੀ ਬਾਈ ਚਾਂਸ ਬੰਦਾ ਮੈਨੂੰ ਜਾਣਦਾ ਨਿਕਲ ਗਿਆ ਜਿਹਦੇ ਲਈ ਮੈਂ ਖੂਨਦਾਨ ਕੀਤਾ, ਤੇ ਨਹੀਂ ਮੈਂ ਤਕਰੀਬਨ ਹਰ 3 ਮਹੀਨੇ ਬਾਅਦ ਖੂਨ ਦਿੰਦਾ। ਸਾਡੀ ਲੰਗਰ ਮਾਤਾ ਖੀਵੀ ਜਿਹੜਾ ਵੀ ਬੰਦੇ ਦੀ ਪਰਚੀ ਆ ਗਈ ਵੀ ਅੱਜ ਲੋੜ ਆ ਜੀ ਸਾਨੂੰ B ਪੋਜ਼ਿਟਿਵ ਚਾਹੀਦਾ, ਤੋ ਮੇਰੀ ਡਿਊਟੀ ਲਾ ਦਿੰਦੇ, ਮੈਂ ਚੁੱਪ ਕਰਕੇ ਜਾ ਕੇ ਖੂਨਦਾਨ ਕਰ ਦੇਣਾ ਜੀ। ਤੋ ਮੈਂ ਕਦੇ ਇਸ ਗੱਲ ਬਾਰੇ ਸੋਚਿਆ ਹੀ ਨਹੀਂ ਕਿ ਮੈਂ ਯਾਰ ਆਪ ਵਾਲਿਆਂ ਦੀ ਮਦਦ ਕਰਨੀ ਆ। ਔਰ ਲੋਕ ਮੈਨੂੰ ਬੇਸ਼ੱਕ ਕਾਂਗਰਸ ਨੂੰ ਜਾਂ ਅਕਾਲੀ ਦਲ ਨੂੰ ਵੋਟਾਂ ਪਾਈਆਂ, ਕਈਆਂ ਨੇ ਪਾਈਆਂ ਹੋਣੀਆਂ, ਪਰ ਜਦੋਂ ਕਿਤੇ ਬਾਜ਼ਾਰ ਜਾਂ ਕਿਤੇ ਵੀ ਮਿਲਦੇ ਆ ਤਾਂ ਮੈਨੂੰ ਉਸੇ ਨਿਗਾਹ ਨਾਲ ਹੀ ਦੇਖਦੇ ਆ ਜਿਹੜਾ ਮੇਰਾ ਸਮਾਜ ਦੇ ਵਿੱਚ ਕੰਮ ਆ। ਉਹ ਕਦੇ ਨਹੀਂ ਸੋਚਦੇ ਵੀ ਸਿਆਸੀ ਬੰਦਾ। ਕਈ ਵਾਰੀ ਲੋਕ ਮੈਨੂੰ ਕਹਿ ਵੀ ਦਿੰਦੇ ਦੂਜੀ ਵੀ ਬਾਈ ਯਾਰ ਤੂੰ ਭਲਾ ਮਾਰਦਾ, ਤੂੰ ਕਿਹੜੇ ਕੰਮਾਂ 'ਚ ਆ ਗਿਆ, ਕੁੱਤੇ ਲੀਡਰਾਂ ਨਾਲ ਤੂੰ ਕਿੱਥੇ ਲੜ ਦੇਗਾ। ਠੀਕ ਹੈ ਜੀ। ਕਦੇ ਜੀ ਨਹੀਂ ਕੀਤਾ ਵੀ ਛੱਡੀਏ, ਕਿੱਥੇ ਆਰਾਮ ਨਾਲ ਕੰਮ ਕਰਦੇ ਸੀ, ਲੋਕ ਸਲੂਟ ਮਾਰਦੇ ਸੀ ਕਿ ਵਧੀਆ ਤੁਸੀਂ ਕੰਮ ਕਰਦੇ ਹੋ, ਆ ਕਿਹੜੇ ਪੰਗੇ 'ਚ ਪੈ ਗਏ, ਘਰ ਘਰ ਜਾ ਕੇ ਵੋਟਾਂ ਮੰਗਣੀਆਂ ਪੈਂਦੀਆਂ, ਕਦੇ ਮਨ ਦੇ ਵਿੱਚ ਆਇਆ ਪਿਛਲੇ 5 ਸਾਲਾਂ 'ਚ? ਨਹੀਂ, ਵੋਟਾਂ ਮੰਗਣ ਤੇ ਤਾਂ ਨਹੀਂ ਆਉਂਦਾ ਜੀ ਕਦੇ ਵੀ ਜੀ, ਕਿਉਂਕਿ ਇਹ ਤਾਂ ਪਰ ਇਉਂ ਹੁੰਦਾ ਜੀ ਕਈ ਵਾਰੀ ਇਹੋ ਜਿਹੇ ਪੰਗੇ ਜਿਹੜੇ ਹੈਗੇ ਆ ਪੋਲਿਟਿਕਸ ਦੇ ਵਿੱਚ ਪੈਂਦੇ ਆ। ਪਰ ਉਦੋਂ ਕਦੇ ਕਦੇ ਸੋਚੀਦਾ ਵੀ ਤੂੰ ਵਧੀਆ ਸੀ ਯਾਰ, ਵਾਹਿਗੁਰੂ ਕਰਦਾ ਸੀਗਾ, ਆਪਦੀ ਗੇਮ ਕਰਦਾ ਸੀ, ਲੋਕਾਂ ਦੀ ਸੇਵਾ ਕਰਦਾ ਸੀ, ਤੂੰ ਕੀ ਲੈਣਾ ਸੀ ਆ ਪੋਲਿਟਿਕਸ ਵਾਲੇ ਪੰਗੇ ਚੋਂ। ਪਰ ਅਗਲੀ ਸਵੇਰ ਨੂੰ ਕਈ ਵਾਰੀ ਇਹੋ ਜਿਹਾ ਬੰਦਾ ਆ ਕੇ ਬਾਹਰ 'ਚ ਖੜਾ ਹੁੰਦਾ ਵੀ ਜਿਹਦੀ ਮਦਦ ਕਰਨੀ, ਜਿਹੜਾ ਮਨ ਉਹ ਕਹਿੰਦਾ ਵੀ ਨਹੀਂ ਯਾਰ ਉੱਠ ਖੜਾ ਹੋ, ਇਹਦੀ ਮਦਦ ਤੂੰ ਕਰ, ਜੇ ਤੇਰੇ ਕੋਲ ਚੱਲ ਕੇ ਆ। ਤੇ ਇਹ ਤੂੰ ਹੁਣ ਜਿਵੇਂ ਹਸਪਤਾਲਾਂ ਦੀ ਜਾਂ ਇਹ ਗੱਲ ਕਰਦੇ ਆ ਵੀ ਇਕੱਲੇ ਬੰਦੇ ਵਾਸਤੇ ਕਿੰਨਾ ਕੁ ਅਸੀਂ ਪੈਸਾ ਇਕੱਠਾ ਕਰਕੇ ਕਰੋੜਾਂ ਰੁਪਈਆ ਅਸੀਂ ਦਾਨ ਦੇ ਉੱਤੇ ਲਾਇਆ, ਦਵਾਈਆਂ ਤੇ ਜਾਂ ਹੋਰ ਰਕਮਾਂ ਤੇ। ਜੇ ਸਰਕਾਰ ਬਣ ਜੇ ਤਾਂ ਸਾਡੇ ਮਸਲੇ ਝੰਜਟ ਹੀ ਖਤਮ ਹੋ ਜਾਣ। ਬੱਚਿਆਂ ਦੀ ਫੀਸ ਨਹੀਂ ਭਰੀ ਜਾਂਦੀ, ਬਹੁਤ ਸਾਰੇ ਲੋਕ ਆਉਂਦੇ ਆ, ਤਾਂ ਉਦੋਂ ਸੋਚੀਦਾ ਜੇ ਆਪਦੀ ਸਰਕਾਰ ਬਣ ਗਈ ਯਾਰ ਲੋਕਾਂ ਦੇ ਆਹ ਮਸਲੇ ਤਾਂ ਹੱਲ ਕਰ ਦਿਆਂਗੇ ਨਾ, ਆਪਾਂ ਕਲਮ ਨਾਲ ਹੀ ਹੱਲ ਕਰ ਦਿਆਂਗੇ ਜੀ। ਮਤਲਬ ਇਹ ਸੋਚ ਕੇ ਚੱਲੀਦਾ। ਕਈ ਵਾਰੀ ਨੈਗੇਟਿਵਿਟੀ ਹੈ ਉਹਨੂੰ ਪੋਜ਼ਿਟਿਵ ਦੇ ਵਿੱਚ ਲਿਆਉਣਾ ਪੈਂਦਾ ਵੀ ਯਾਰ ਇਹ ਲੋਕ ਜੇ ਦੁਖੀ ਆ, ਲੋਕਾਂ ਦੀਆਂ ਛੱਤਾਂ ਦੇਖੀ ਦੀਆਂ ਡਿੱਗੀਆਂ, ਉਦੋਂ ਫਿਰ ਸੋਚੀਦਾ ਵੀ ਯਾਰ ਇਹ ਲੋਕ ਜੇ ਨਹੀਂ ਇਹ ਕੰਮ ਕਰਦੇ, ਜਦੋਂ ਆਪਣੇ ਕੋਲ ਪਾਵਰ ਆਊਗੀ ਆਪਾਂ ਘੱਟੋ ਘੱਟ ਗਰੀਬ ਦੀ ਕਿਸੇ ਦੀ ਛੱਤ ਨਹੀਂ ਕੱਚੀ ਰਹਿਣ ਦਿਆਂਗੇ। ਸਕੂਲ ਦੇ ਵਿੱਚ ਦੇਖੀਦਾ, ਸਕੂਲਾਂ ਦੇ ਬਾਥਰੂਮ ਹੈ ਨਹੀਂ, ਵੀ ਘੱਟੋ ਘੱਟ ਬਾਥਰੂਮ ਤਾਂ ਆਪਾਂ ਬਣਾਵਾਂਗੇ। ਜੇ ਕੋਈ ਮਰੀਜ਼ ਦਵਾਈ ਤੋਂ ਬਿਨਾਂ ਉੱਠਦਾ ਉਹਦੇ ਲਈ ਦਵਾਈ ਦਾ ਪ੍ਰਬੰਧ ਤਾਂ ਆਪਾਂ ਕਰਾਂਗੇ। ਸੋ ਇਹ ਸੋਚ ਕੇ ਫਿਰ ਹੋਰ એનર્ਜੀ ਨਾਲ ਕਈ ਵਾਰੀ ਚੱਲੀਦਾ ਵੀ ਯਾਰ ਨਹੀਂ ਕੁਛ ਨਹੀਂ ਹੁੰਦਾ, ਚੱਲ ਲੱਗਾ ਰਹੇ, ਵਾਹਿਗੁਰੂ ਭਲਾ ਕਰੂਗਾ ਜੀ। ਸੇਖੋਂ ਸਾਹਿਬ, ਜਾਂਦੇ ਜਾਂਦੇ ਸੁੱਖ ਸੁਨੇਹਾ ਜੀ ਫਰੀਦਕੋਟ ਦੇ ਲੋਕਾਂ ਨੂੰ, ਵੋਟਰਾਂ ਨੂੰ ਕੀ ਲੱਗਦਾ ਹੈ ਐਤਕੀ ਟਰਾਲੀ ਨਿਕਲ ਜੂ ਜੀ ਗੰਨੇ ਵਾਲੀ, ਕਿਉਂਕਿ ਅਕਸਰ ਖੁੱਭ ਜਾਂਦੀ ਹੁੰਦੀ ਸਿਆਸੀ ਟਰਾਲੀ ਤੁਹਾਡੀ? ਨਹੀਂ ਦੇਖੋ, ਮੈਂ ਜਿਹੜਾ ਹੈਗਾ ਜ਼ਿੰਦਗੀ 'ਚ ਲੜਨ ਵਾਸਤੇ ਇਹ ਜ਼ਰੂਰੀ ਹੈ ਕਿ ਤੁਸੀਂ ਪੋਜ਼ਿਟਿਵ ਰਹੋ। ਔਰ ਮੈਨੂੰ ਫਰੀਦਕੋਟ ਦੇ ਲੋਕਾਂ ਤੇ ਮਾਣ। ਪਿਛਲੀ ਵਾਰੀ ਵੀ 40,000 ਵੋਟ ਥੋੜੀ ਨਹੀਂ ਹੁੰਦੀ, ਜਿਹੜੀ MLA ਸਾਹਿਬ ਨੂੰ 51,000 ਵੋਟ ਪਈ ਹੈ, ਪਰ ਉਹਦੇ ਵਿੱਚੋਂ ਜਿਹੜੀ ਆ ਉਹ ਘੱਟੋ ਘੱਟ ਜਿਹੜੀ ਹੈ ਤਕਰੀਬਨ 90% ਵੋਟ ਖਰੀਦੀ ਹੈ। 4 ਵਾਰੀ ਉਹਦੇ ਫਾਦਰ ਸਾਹਿਬ MLA ਰਹੇ, ਉਹਦੀ ਮਦਰ MLA ਰਹੀ, ਉਹ ਖੁਦ 2 ਵਾਰੀ ਤੇ MLA। ਅਕਾਲੀ ਦਲ ਨੇ 45,000 ਵੋਟ ਖਰੀਦੀ, 86 ਲੱਖ ਦੀ ਸ਼ਰਾਬ ਪਿਆਈ, ਤਾਂ ਉਹ 3ਜੇ ਨੰਬਰ ਤੇ ਰਿਹਾ। ਤਾਂ ਇਸ ਵਾਰੀ ਜਿਹੜਾ ਹੈ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਵਾਰੀ ਜਿਹੜਾ ਹੈਗਾ ਉਹ MLA ਜਿਹੜੇ 3 ਅੱਖਰ ਹੈ ਉਹ ਫਰੀਦਕੋਟ ਦੇ ਲੋਕ ਲਾਉਣਗੇ। ਪਰ ਮੈਨੂੰ ਇਸ ਗੱਲ ਤੇ ਕੋਈ ਆਪਦੇ ਲੋਕਾਂ ਤੇ ਕਿੰਤੂ ਪਰੰਤੂ ਨਹੀਂ। ਜਿੱਥੇ ਵੀ ਮੈਂ ਆਵਾਜ਼ ਮਾਰਦਾ ਉੱਥੇ ਲੋਕ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ। ਸੋ ਮੈਂ ਤਾਂ ਆਪਦੇ ਲੋਕਾਂ ਤੇ ਵਿਸ਼ਵਾਸ ਹੈ ਮੈਨੂੰ, ਪਰ ਮੇਰੇ ਨਾਲ ਜਿੱਥੇ ਵੀ ਜਿੰਨੀ ਜੋਗੇ ਵੀ ਲੋਕ ਹੈਗੇ ਉਹ ਮੇਰਾ ਸਾਥ ਦੇਣਗੇ। ਕੋਈ ਇਸ ਵਾਰੀ ਚਿੰਤਾ ਕਰਨ ਦੀ ਲੋੜ ਨਹੀਂ ਗੀ। ਇਸ ਵਾਰੀ ਤਾਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ, ਭਗਵੰਤ ਮਾਨ ਨੂੰ CM ਬਣਾਵਾਂਗੇ, ਤੇ ਕੇਜਰੀਵਾਲ ਦੇ ਜਿਹੜੇ ਦਿੱਲੀ ਦੇ ਕੰਮ ਕੀਤੇ ਆ ਉਹ ਸਾਰੇ ਕੰਮ ਪੰਜਾਬ ਦੇ ਵਿੱਚ ਕਰਕੇ ਇੱਕ ਵਾਰੀ ਲੋਕਾਂ ਨੂੰ ਦੱਸਾਂਗੇ ਕਿ ਅਸਲ ਦੇ ਵਿੱਚ ਸਿਆਸਤਦਾਨ ਜਿਹੜੇ ਆ ਉਹ ਉਹਨਾਂ ਦੇ ਆਹ ਕੰਮ ਹੁੰਦੇ ਆ। ਗਨਮੈਨ ਲੈ ਕੇ ਘੁੰਮਣਾ ਜਾਂ ਘੁੱਗੂ ਵਜਾਉਂਦੇ ਫਿਰਨਾ ਉਹ ਕੰਮ ਨਹੀਂ ਹੁੰਦਾ। ਗਰੀਬ ਬੰਦੇ ਦੇ ਕੰਮ ਆਉਣਾ ਹੀ ਅਸਲ ਦੇ ਵਿੱਚ ਰਾਜਨੀਤੀ। ਇਹਨਾਂ ਕੋਲ ਤਾਂ ਰਾਜ ਕਰਨ ਦੀ ਕੋਈ ਨੀਤੀ ਹੈ ਨਹੀਂ। ਇਹਨਾਂ ਦੀ ਤਾਂ ਨੀਤੀ ਸਿਰਫ ਲੁੱਟ ਨੀਤੀ ਹੈ। ਜਿੱਦੇ ਲੋਕੀ ਰਾਜਨੀਤਿਕ ਬਣ ਗਏ ਤਾਂ ਲੋਕਾਂ ਦੀਆਂ ਤਾਂ ਸਮੱਸਿਆਵਾਂ ਹੀ ਬਹੁਤ ਛੋਟੀਆਂ। ਗਰੀਬ ਬੰਦੇ ਦੀ ਤਾਂ ਨਿੱਕੀ ਨਿੱਕੀ ਸਮੱਸਿਆ ਹੈ ਜਿਹੜੀ ਤੁਸੀਂ ਬੈਠੇ ਹੱਲ ਕਰ ਸਕਦੇ ਹੋ। ਸਰਕਾਰਾਂ ਜਾਣ ਬੁੱਝ ਕੇ ਹੱਲ ਨਹੀਂ ਕਰਦੀਆਂ। ਸੇਖੋਂ ਸਾਹਿਬ ਜੀ, ਮੈਂ
ਤੁਹਾਡੇ ਸਵਾਲ 'ਚੋਂ ਸਵਾਲ ਨਿਕਲਿਆ, ਮੈਂ ਅੱਗੇ ਨਹੀਂ ਸੀ ਵਧਣਾ ਚਾਹੁੰਦਾ। ਤੁਸੀਂ ਕਿਹਾ ਕਿ ਭਾਈ ਵੋਟਾਂ ਉਹਨਾਂ ਨੇ ਖਰੀਦੀਆਂ, ਉਹਨਾਂ ਨੇ ਸ਼ਰਾਬ ਪਿਆਤੀ, ਉਹ ਗਲ ਪੈਣਗੇ ਕਿ ਭਾਈ ਤੁਹਾਡੇ ਕੋਲੇ ਕੀ ਸਬੂਤ ਹੈ? ਤੁਹਾਨੂੰ ਕਿਵੇਂ ਲੱਗਦਾ ਕਿ ਉਹਨਾਂ ਨੇ ਖਰੀਦੀਆਂ ਜੀ? ਤੁਸੀਂ ਤਾਂ ਆਪਦੀ ਕੰਪੇਨ ਕਰਦੇ ਸੀ, ਜਾਣੀ ਇਸ ਗੱਲ ਦੇ ਕੋਈ ਸਬੂਤ ਪ੍ਰੂਫ ਨਹੀਂ? ਅਸਲ ਨਾਲ ਜੀ ਅਸੀਂ ਪਿਛਲੀ ਵਾਰੀ ਇੱਕ ਗੱਲ 'ਚ ਥੋੜਾ ਜਿਹਾ ਮਾਰ ਖਾ ਗਏ। ਅਸੀਂ ਇਹ ਲੋਕਾਂ ਨੂੰ ਖੁੱਲ੍ਹ ਦੇਤੀ ਵੀ ਯਾਰ ਤੁਸੀਂ ਪੈਸੇ ਜੀ ਤੋਂ ਮਰਜ਼ੀ ਲੈ ਦਿਓ ਤੇ ਵੋਟ ਸਾਨੂੰ ਪਾ ਦਿਓ। ਪਰ ਉਹ ਲੋਕ ਜਿਹੜੇ ਆ ਸਿਆਸਤਦਾਨ ਹੈ, ਉਹ ਲੋਕ ਕਈ ਬਹੁਤ ਸਾਰੇ ਲੋਕਾਂ ਤੋਂ ਉਹਨਾਂ ਨੇ ਸਹੁੰ ਪਵਾ ਲਈਆਂ। ਫਿਰ ਉਹ ਬੰਦੇ ਮਗਰੋਂ ਆਏ, ਉਹ ਕਹਿੰਦੇ ਜੀ ਅਸੀਂ ਤਾਂ ਸਹੁੰ ਪਾ ਬੈਠੇ ਤੇ ਫਿਰ ਅਸੀਂ ਵੋਟ ਉਹਨਾਂ ਨੂੰ ਪਾ ਦਿੱਤੀ। ਹੁਣ ਅਸੀਂ ਇਸ ਵਾਰੀ ਲੋਕਾਂ ਨੂੰ ਇਹ ਗੱਲ ਸਮਝਾ ਰਹੇ ਹਾਂ ਕਿ ਜਿਹੜਾ 1000 ਰੁਪਈਆ ਹੈ ਇਹ ਮਲਕ ਭਾਗੋ ਦੇ ਜਿਹੜੇ ਆ ਉਹ ਪੈਸਿਆਂ ਨਾਲੋਂ ਵੀ ਮਾੜਾ ਹੈ, ਕਿਉਂਕਿ ਚਿੱਟਾ ਵੇਚ ਕੇ, ਰੇਤਾ ਵੇਚ ਕੇ, ਲੋਕਾਂ ਦੇ ਪੁੱਤ ਮਰਵਾ ਕੇ ਇਹਨਾਂ ਲੀਡਰਾਂ ਨੇ ਜਿਹੜੇ ਉਹ ਇਕੱਠੇ ਕੀਤੇ ਆ, ਇਹਨਾਂ ਦੇ ਪੈਸੇ ਨਾਲ ਲੋਕ ਇਸ ਗੱਲ ਤੇ ਐਗਰੀ ਵੀ ਹੁੰਦੇ ਆ। ਖਾਸ ਕਰਕੇ ਗਰੀਬਾਂ ਦੇ ਮਹੱਲੇ ਤੇ ਮੈਂ ਜਾ ਕੇ ਇਹੀ ਹਮੇਸ਼ਾ ਨੂੰ ਲੋਕਾਂ ਨੂੰ ਕਹਿਣਾ ਵੀ ਇਹਨਾਂ ਤੋਂ ਪੈਸਾ ਨਾ ਲਓ, ਇਹਨਾਂ ਦੀ ਦਾਰੂ ਨਾ ਲਓ, ਤੁਸੀਂ ਆਪਦੇ ਬੱਚਿਆਂ ਬਾਰੇ ਸੋਚੋ। ਇਸ ਵਾਰੀ ਲੋਕ ਆ ਜਿਹੜੇ ਉਹ ਪੈਸੇ ਨਹੀਂ ਲੈਣਗੇ ਤੇ ਇਸ ਵਾਰੀ ਜਿਹੜਾ ਪੈਸੇ ਵੰਡੂਗਾ ਉਹਦੇ ਐਤਕੀ ਲੋਕਾਂ ਨੂੰ ਕਹਿੰਦੇ ਉਹਦੇ ਛਿੱਤਰ ਪਰੇਡ ਵੀ ਕਰਨੀ, ਕਿਉਂਕਿ ਉਹ ਸਾਡੇ ਬੱਚਿਆਂ ਦੇ ਕਾਤਲ ਹੈ। ਅਸੀਂ ਹਜ਼ਾਰਾਂ ਨੌਜਵਾਨਾਂ ਦੀਆਂ ਲਾਸ਼ਾਂ ਮੋਢਿਆਂ ਤੇ ਢੋਈਆਂ, ਅਸੀਂ ਹੋਰ ਨੌਜਵਾਨਾਂ ਦੀਆਂ ਲਾਸ਼ਾਂ ਮੋਢਿਆਂ ਤੇ ਨਹੀਂ ਢੋਣਾ ਚਾਹੁੰਦੇ। ਇਸ ਵਾਸਤੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ, ਤਕੜੇ ਕਰ ਰਹੇ ਹਾਂ। ਤਾਂ ਇਹ ਜਿਹੜੀ ਜੰਗ ਹੈ ਇਹ ਜਿੱਤਣ ਤੱਕ ਲੋਕਾਂ ਨੂੰ ਅਵੇਅਰ ਕਰਦੇ ਰਹਾਂਗੇ। ਜੀ ਸ਼ੁਕਰੀਆ ਜੀ ਸੇਖੋਂ ਸਾਹਿਬ, ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਗੁਰਦੇਵ ਸਿੰਘ ਸੇਖੋਂ ਆਮ ਆਦਮੀ ਪਾਰਟੀ ਦੇ ਫਰੀਦਕੋਟ ਵਿਧਾਨ ਸਭਾ ਹਲਕੇ ਤੋਂ ਕੈਂਡੀਡੇਟ, ਪਿਛਲੀ ਵਾਰ ਵੀ ਚੋਣ ਲੜੇ ਸੀ, ਲਗਾਤਾਰ ਸਰਗਰਮ ਰਹੇ ਨੇ, ਵੱਖ-ਵੱਖ ਮੁੱਦਿਆਂ ਦੇ ਉੱਤੇ ਉਹਨਾਂ ਦੀਆਂ ਖਬਰਾਂ ਚਰਚਾ ਦੇ ਵਿੱਚ ਰਹੀਆਂ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ? ਤੁਸੀਂ ਆਪਣੀਆਂ ਟਿੱਪਣੀਆਂ ਜ਼ਰੂਰ ਕਰਿਓ। ਜੇ ਫਰੀਦਕੋਟ ਦੇ ਰਹਿਣ ਵਾਲੇ ਹੋ ਤਾਂ ਜੇ ਕੋਈ ਇਤਰਾਜ਼ ਹੈ ਗੁਰਦੇਵ ਸਿੰਘ ਸੇਖੋਂ ਹੋਰਾਂ ਦੀ ਗੱਲ ਦੇ ਉੱਤੇ, ਉਹ ਵੀ ਲਿਖ ਦਿਓ। ਕੋਈ ਹੋਰ ਸਵਾਲ ਹੈ ਤੁਹਾਨੂੰ ਲੱਗਦਾ ਸੀ ਕਿ ਜਿਹੜਾ ਗੁਰਦੇਵ ਸਿੰਘ ਸੇਖੋਂ ਸਾਹਿਬ ਤੋਂ ਪੁੱਛਣਾ ਚਾਹੀਦਾ, ਤੁਸੀਂ ਉਹ ਵੀ ਲਿਖ ਦਿਓ। ਉਹਨਾਂ ਨੇ ਸਮਾਜ ਸੇਵਾ ਦਾ, ਖੇਡਣ ਦਾ, ਪੁਲਿਸ ਤੇ ਆਪਣੇ ਕੰਮ ਦਾ ਦਾਅਵਾ ਕੀਤਾ, ਤੁਹਾਡਾ ਕਦੇ ਉਹਨਾਂ ਦੇ ਨਾਲ ਤਜਰਬਾ ਹੋਇਆ ਹੋਵੇ, ਵਾਹ ਪਿਆ ਹੋਵੇ, ਉਹ ਵੀ ਲਿਖ ਦਿਓ ਤੇ ਜ਼ਰੂਰ ਟਿੱਪਣੀਆਂ ਕਰਿਓ। ਜੇ ਤੁਹਾਡੇ ਕੋਲ ਸਵਾਲ ਹੋਏ ਤਾਂ ਅਗਲੇ ਪ੍ਰੋਗਰਾਮ 'ਚ ਉਹਨਾਂ ਤੋਂ ਪੁੱਛਾਂਗੇ। ਸੋ ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।